ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ, ਮੈਂ ਮੂਰਖ ਕਿਛ ਦੀਜੈ। ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ, ਡੁੱਬਦਾ ਪੱਥਰ ਲੀਜੈ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਧਰਿਆ ਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਪਰਿਆ ਰੇ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸਹੁ ਕੁਰਸਹੁ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂ ਦੈ ਸਾਹੁ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੁ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੁ। ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮਕਲੀ ਮਹੱਲਾ ਪੰਜਵਾ। ਜੋ ਤਿਸ ਭਾਵੈ ਸੋ ਥੀਆ, ਸਦਾ ਸਦਾ ਹਰਿ ਕੀ ਸਰਣਾਈ। ਪ੍ਰਭ ਬਿਨ ਨਾਹੀ ਆਨ ਬੀਆ, ਜੋ ਤਿਸ ਭਾਵੈ ਸੋ ਥੀਆ। ਸਦਾ ਸਦਾ ਹਰਿ ਕੀ ਸਰਣਾਈ। ਪ੍ਰਭ ਬਿਨ ਨਾਹੀ ਆਨ ਬੀਆ। ਪੁੱਤਰ ਕਲਤਰ ਲਖਮੀ ਦਿਸੈ, ਇਨ ਮਹਿ ਕਿਛੂ ਨਾ ਸੰਗ ਲਿਆ। ਬਿਖੈ ਠਗੌਰੀ ਖਾਏ ਭੁਲਾਨਾ, ਮਾਇਆ ਮੰਦਰ ਤਿਆਗ ਗਿਆ। ਨਿੰਦਾ ਕਰ ਕਰ ਬਹੁਤ ਵਿਕੂਤਾ, ਗਰਭ ਜੋਨ ਮਹਿ ਕਿਰਤ ਪਿਆ। ਪੁਰਬ ਕਮਾਣੇ ਛੋਟੇ ਨਾਹੀ,
ਬਿਨਾਸੀ ਮਹਾਖਿਆ। ਜਿਨਹਿ ਨਿਵਾਜੇ ਤਿਨਹਿ ਸਾਜੇ, ਆਪੇ ਕੀਨੇ ਸੰਤ ਜया। ਨਾਨਕ ਦਾਸ ਕੰਠ ਲਾਏ ਰਾਖੇ, ਕਰ ਕਿਰਪਾ ਪਾਰ ਬ੍ਰਹਮ ਮਇਆ। ਜਿਨਹਿ ਨਿਵਾਜੇ ਤਿਨਹਿ ਸਾਜੇ, ਆਪੇ ਕੀਨੇ ਸੰਤ ਜया। ਨਾਨਕ ਦਾਸ ਕੰਠ ਲਾਏ ਰਾਖੇ, ਕਰ ਕਿਰਪਾ ਪਾਰ ਬ੍ਰਹਮ ਮਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਜੋਤ, ਤਖਤ ਚੌਰ ਛਤਰ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੁੰਦਰ ਦੀਵਾਨ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਿਵਾਜੀ ਹੋਈ ਸਾਧ ਸੰਗਤ ਜੀ, ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਆਪਣੇ ਅੰਮ੍ਰਿਤਮਈ ਦੀਦਾਰ ਬਖਸ਼ਿਸ਼ ਕੀਤੇ। ਅੱਜ ਪੂਰਨਮਾਸ਼ੀ ਦਾ ਦਿਹਾੜਾ ਹੈ ਔਰ ਇਸ ਪਾਵਨ ਸਥਾਨ ਤੇ ਹਰੇਕ ਪੁੰਨਿਆਂ ਤੇ ਅਤੇ ਹਰੇਕ ਅਮਾਵਸ ਤੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੁੰਦਾ ਹੈ। ਅੰਮ੍ਰਿਤ ਅਭਿਲਾਖੀ ਗੁਰੂ ਜੀ ਕਾ ਬਖਸ਼ਿਆ ਹੋਇਆ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਕੇ ਜਹਾਜ਼ੇ ਚੜ੍ਹ ਕੇ ਆਪਣਾ ਜੀਵਨ ਸਫਲ ਕਰਦੇ ਹਨ। ਜੋ ਸਾਧ ਸੰਗਤ ਜੀ, ਇਹ ਪੂਰਨਮਾਸ਼ੀ ਦਾ ਦਿਹਾੜਾ ਹੈ, ਇਹਦੇ ਨਾਲ ਵੀ ਸਾਡਾ ਇਤਿਹਾਸਕ ਸੰਬੰਧ ਹੈ, ਕਿਉਂਕਿ ਕੱਤਕ ਦੀ ਪੂਰਨਮਾਸ਼ੀ ਨੂੰ ਜਗਤ ਗੁਰੂ ਜੀ ਨੇ ਪ੍ਰਕਾਸ਼ ਧਾਰਿਆ ਹੈ ਔਰ ਹਰ ਸਾਲ ਜਿੱਥੇ ਸ੍ਰੀ ਨਨਕਾਣਾ ਸਾਹਿਬ ਜੀ ਵਿਖੇ ਕੱਤਕ ਦੀ ਪੂਰਨਮਾਸ਼ੀ ਨੂੰ ਗੁਰੂ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾਇਆ ਜਾਂਦਾ ਹੈ, ਉੱਥੇ ਜਦੋਂ ਤੋਂ ਇਹ ਪਾਕਿਸਤਾਨ ਬਣਿਆ, ਇਹ ਲੀਕ ਜੀ ਖਿੱਚੀ ਗਈ, ਉਸ ਤੋਂ ਬਾਅਦ ਇਸ ਪੰਜਾਬ ਦੀ ਧਰਤੀ ਤੇ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਹਰ ਸਾਲ ਕੱਤਕ ਦੀ ਪੂਰਨਮਾਸ਼ੀ ਨੂੰ ਮਹਾਰਾਜ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ ਗੁਰੂ ਕੀਆਂ ਸੰਗਤਾਂ ਨੇ, ਗੁਰੂ ਕੇ ਪੰਥ ਨੇ ਸ਼ਰਧਾ ਭਾਵਨਾ ਨਾਲ ਮਨਾਇਆ ਹੈ ਔਰ 550 ਸਾਲਾ ਵੀ ਮਹਾਰਾਜ ਸਾਹਿਬ ਜੀ ਦਾ ਗੁਰੂ ਕੇ ਪੰਥ ਨੇ ਕੱਤਕ ਦੀ ਪੂਰਨਮਾਸ਼ੀ ਨੂੰ ਮਨਾਇਆ ਹੈ। ਇਸ ਕਰਕੇ ਇਹ ਵੀ ਸਾਡਾ ਇਸ ਦੇ ਨਾਲ ਸੰਬੰਧ ਹੈ। ਤਾਂ ਮਹਾਰਾਜ ਸਾਹਿਬ ਜੀ ਦੇ ਇਤਿਹਾਸਕ ਸਥਾਨਾਂ ਤੇ ਜਿਵੇਂ ਅਮਾਵਸ ਨੂੰ ਵੀ ਦੀਵਾਨ ਸਜਦੇ ਹਨ, ਸੰਗਰਾਂਦ ਨੂੰ ਵੀ ਦੀਵਾਨ ਸਜਦੇ ਹਨ, ਇਸੇ ਤਰ੍ਹਾਂ ਪੂਰਨਮਾਸ਼ੀ ਨੂੰ ਵੀ ਦੀਵਾਨ ਸਜਦੇ ਹਨ। ਵਿਸ਼ੇਸ਼ ਕਰਕੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਗੁਰਦੁਆਰਾ ਸ੍ਰੀ ਬੌਲੀ ਸਾਹਿਬ ਜੀ ਵਿਖੇ ਹਰੇਕ ਪੂਰਨਮਾਸ਼ੀ ਨੂੰ ਬਹੁਤ ਵੱਡਾ ਇਕੱਠ ਸੰਗਤ ਦਾ ਹੁੰਦਾ ਹੈ ਤੇ ਦੀਵਾਨ ਸਜਾਏ ਜਾਂਦੇ ਹਨ। ਸ਼ਬਦ ਦੀ ਵਿਚਾਰ ਤੋਂ ਪਹਿਲਾਂ
ਜਗਤ ਗੁਰੂ ਜੀ ਦੇ ਪਵਿੱਤਰ ਸਥਾਨ ਤੇ ਆਪਾਂ ਹਾਜ਼ਰੀ ਭਰ ਰਹੇ ਹਾਂ। ਕੁਝ ਮਹਾਰਾਜ ਸਾਹਿਬ ਜੀ ਦੇ ਇਤਿਹਾਸ ਵਿੱਚੋਂ ਬੇਨਤੀਆਂ ਸਾਂਝੀਆਂ ਕਰਨੀਆਂ ਹਨ। 1526 ਬਿਕਰਮੀ ਸੰਮਤ ਕੱਤਕ ਦੀ ਪੂਰਨਮਾਸ਼ੀ ਅੰਮ੍ਰਿਤ ਵੇਲਾ ਜਗਤ ਗੁਰੂ ਜੀ ਨੇ ਰਾਏ ਭੋਏ ਦੀ ਤਲਵੰਡੀ ਵਿੱਚ ਪ੍ਰਕਾਸ਼ ਧਾਰਿਆ ਹੈ। ਸ੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ ਹੈ, ਕਾਰਤਕ ਮਾਸ ਰੁੱਤ ਸਰਦ ਪੂਰਨਮਾਸ਼ੀ 8 ਜਾਮ 60 ਘਰੀ ਆਜ ਤੇਰੀ ਬਾਰੀ ਹੈ। ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨੇ ਵੀ ਲਿਖਿਆ ਹੈ। ਉਹ ਕਹਿੰਦੇ, ਉਰਜ ਮਾਸ ਕੀ ਪੂਰਨਮਾਸੀ ਹਰ ਕੀਰਤ ਸੀ ਜੌਨ ਪ੍ਰਕਾਸ਼ੀ ਸੰਬਤ 9 ਖਟ ਸਹਿਸ ਛਬੀਸਾ ਭੋ ਅਵਤਾਰ ਪ੍ਰਗਟ ਜਗਦੀਸ਼ਾ। ਵੀ ਕੱਤਕ ਦੀ ਪੂਰਨਮਾਸ਼ੀ ਨੂੰ ਜਗਤ ਗੁਰੂ ਜੀ ਨੇ ਪ੍ਰਕਾਸ਼ ਧਾਰਨ ਕੀਤਾ। ਤਾਂ ਸਤਿਗੁਰੂ ਸਾਹਿਬ ਜੀ ਨੇ ਬਚਪਨ ਦੇ 15 ਸਾਲ ਰਾਏ ਭੋਏ ਦੀ ਤਲਵੰਡੀ ਦੇ ਵਿੱਚ ਬਤੀਤ ਕੀਤੇ। ਆਪਣੇ ਪੂਜਨੀਕ ਸਤਿਕਾਰਯੋਗ ਮਾਤਾ ਪਿਤਾ ਜੀ ਦੇ ਚਰਨਾਂ 'ਚ ਰਹਿੰਦਿਆਂ ਹੋਇਆ। ਧੰਨ ਧੰਨ ਪਿਤਾ ਮਹਿਤਾ ਕਲਿਆਣ ਚੰਦ ਜੀ, ਧੰਨ ਧੰਨ ਮਾਤਾ ਤ੍ਰਿਪਤਾ ਜੀ ਔਰ ਧੰਨ ਧੰਨ ਬੇਬੇ ਨਾਨਕੀ ਜੀ। ਤਾਂ ਸਤਿਗੁਰੂ ਸਾਹਿਬ ਜੀ ਨੇ ਉਸ ਧਰਤੀ ਨੂੰ ਆਪਣੇ ਚਰਨਾਂ ਦੀ ਛੋਹ ਦੇ ਕਰਕੇ ਪਵਿੱਤਰ ਕੀਤਾ। ਮਹਾਰਾਜ ਸਾਹਿਬ ਜੀ ਨੇ, ਸਾ ਧਰਤੀ ਭਾਈ ਹਰਿਆਵਲੇ ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਸੇ ਜੰਤ ਭਏ ਹਰਿਆਵਲੇ ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਲੰਮਾ ਇਤਿਹਾਸ ਹੈ, ਸੰਖੇਪ ਨਾਲ ਬੇਨਤੀ ਸਾਂਝੀ ਕਰਨੀ ਹੈ। ਜਦੋਂ ਸਤਿਗੁਰੂ ਜੀ ਦੀ 15 ਸਾਲ ਦੀ ਸਰੀਰ ਕਾਰਬਲਾ ਹੋਈ, 1541 ਬਿਕਰਮੀ ਸੰਮਤ ਦੇ ਵਿੱਚ ਮਹਾਰਾਜ ਸਾਹਿਬ ਜੀ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਆਏ। ਰਾਏ ਬੁਲਾਰ ਜੀ ਨੇ ਬੇਨਤੀ ਕੀਤੀ ਸੀ ਮਹਾਰਾਜ ਸਾਹਿਬ ਜੀ ਨੂੰ ਔਰ ਗੁਰੂ ਸਾਹਿਬ ਜੀ ਦੇ ਪਿਤਾ ਜੀ ਨੂੰ, ਬੇਬੇ ਨਾਨਕੀ ਜੀ ਨੂੰ, ਭਾਈਆ ਜੈ ਰਾਮ ਜੀ ਨੂੰ। ਤਾਂ ਮਹਾਰਾਜ ਸਾਹਿਬ ਜੀ ਫਿਰ ਇੱਥੇ ਆਉਂਦੇ ਆ, ਭਾਈ ਬਾਲਾ ਜੀ ਦੇ ਸਮੇਤ ਆਉਂਦੇ ਆ। ਤਾਂ ਮਹਾਰਾਜ ਸਾਹਿਬ ਜੀ ਇੱਥੇ ਆ ਕਰਕੇ ਫਿਰ ਮੋਦੀ ਖਾਨਾ ਸੰਭਾਲਦੇ ਹਨ। ਭਾਈ ਕਾਹਨ ਸਿੰਘ ਨਾਭਾ ਜੀ ਲਿਖਦੇ ਆ ਕਿ ਜਗਤ ਗੁਰੂ ਜੀ ਨੇ 16 ਸਾਲ ਦੀ ਉਮਰ ਦੇ ਵਿੱਚ 1542 ਬਿਕਰਮੀ ਸੰਮਤ ਦੇ ਵਿੱਚ ਮੋਦੀ ਖਾਨਾ ਸੰਭਾਲਿਆ। ਤੇ ਮਹਾਰਾਜ ਸਾਹਿਬ ਜੀ ਫਿਰ ਭਾਈ ਬਾਲਾ ਜੀ ਦੇ ਸਮੇਤ ਮੋਦੀ ਖਾਨੇ ਵਿੱਚ ਬੈਠਦੇ ਆ। ਇਹ ਮੋਦੀ ਖਾਨਾ ਕੋਈ ਨਿੱਕੀ ਜਿਹੀ ਹੱਟੀ ਨਹੀਂ ਸੀ, ਇਹ ਬਹੁਤ ਵੱਡਾ ਗੁਦਾਮ ਸੀਗਾ। ਇਹਦੇ ਵਿੱਚ ਰਿਹਾਇਸ਼ੀ ਮਕਾਨ ਵੀ ਬਣੇ ਹੋਏ ਸੀ ਔਰ ਸਾਰੇ ਇਲਾਕੇ ਦੀ ਜਿਹੜਾ ਫਸਲ ਸੀ, ਜੋ ਸਰਕਾਰੀ ਹਿੱਸਾ ਹੁੰਦਾ ਸੀ, ਫਸਲ ਬੀਜਣ ਵਾਲੇ ਨੂੰ ਉਹਦਾ ਹਿੱਸਾ ਦੇ ਕਰਕੇ ਸਰਕਾਰੀ ਹਿੱਸਾ ਇਸ ਗੁਦਾਮ ਵਿੱਚ ਜਮ੍ਹਾਂ ਹੋਇਆ ਕਰਦਾ ਸੀ। ਇਹ ਦੌਲਤ ਖਾਂ ਲੋਧੀ ਦਾ ਮੋਦੀ ਖਾਨਾ ਸੀ। ਤਾਂ ਇਹਦੇ ਵਿੱਚ ਹਰੇਕ ਪ੍ਰਕਾਰ ਦੀ ਵਸਤੂ, ਹਰੇਕ ਪ੍ਰਕਾਰ ਦਾ ਸੌਦਾ ਸੀ, ਉਹ ਮਹਾਰਾਜ ਸਾਹਿਬ ਜੀ ਦਿੰਦੇ ਸਨ। ਫਿਰ ਗੁਰੂ ਸਾਹਿਬ ਜੀ ਮੋਦੀ ਖਾਨੇ ਵਿੱਚ ਬੈਠ ਕਰਕੇ ਤੇ ਜਿਹੜੇ ਸੌਦਾ ਲੈਣ ਵਾਸਤੇ ਆਉਂਦੇ ਉਹਨਾਂ ਗ੍ਰਾਹਕਾਂ ਨੂੰ ਸੌਦਾ ਦਿੰਦੇ। ਮਹਾਰਾਜ ਤੱਕੜੀ ਨਾਲ ਤੋਲ ਤੋਲ ਕੇ ਦਿੰਦੇ। ਅੱਜ ਵੀ ਗੁਰੂ ਸਾਹਿਬ ਜੀ ਦੇ ਪਵਿੱਤਰ ਹਸਤ ਕਮਲਾਂ ਦੀ ਸ਼ੋਭ ਪ੍ਰਾਪਤ 14 ਵੱਟੇ ਗੁਰਦੁਆਰਾ ਹੱਟ ਸਾਹਿਬ ਦੇ ਵਿੱਚ ਸ਼ੋਭਾ ਪਾ ਰਹੇ ਹਨ ਸੁਲਤਾਨਪੁਰ ਸਾਹਿਬ ਦੀ ਧਰਤੀ ਤੇ। ਤਾਂ ਮਹਾਰਾਜ ਸਾਹਿਬ ਜੀ ਆਮ ਦੁਕਾਨਦਾਰਾਂ ਦੀ ਤਰ੍ਹਾਂ ਨਹੀਂ ਸੌਦਾ ਦਿੱਤਾ। ਹਾਂ, ਲੋਕ ਪੈਸੇ ਲੈ ਕੇ ਆਉਂਦੇ ਸਨ, ਖਰੀਦ ਕੇ ਲਿਜਾਂਦੇ ਸੀ ਮੋਦੀ ਖਾਨੇ ਵਿੱਚੋਂ ਸੌਦਾ। ਪਰ ਜੇ ਕੋਈ ਆ ਕੇ ਗਰੀਬ ਗੁਰਬਾ ਬੇਨਤੀ ਕਰਦਾ ਸੀ ਕਿ ਮੇਰੇ ਕੋਲੇ ਕੋਈ ਪੈਸੇ ਨਹੀਂ ਹਨ ਤੇ ਮੈਨੂੰ ਵੀ ਸੌਦੇ ਦੀ ਲੋੜ ਹੈ, ਤੇ ਮਹਾਰਾਜ ਸਾਹਿਬ ਜਿਵੇਂ ਦੂਜਿਆਂ ਨੂੰ ਦਿੰਦੇ ਉਸੇ ਤਰ੍ਹਾਂ ਤੱਕੜੀ ਭਰ ਕੇ ਉਹਦੀ ਝੋਲੀ ਵਿੱਚ ਵੀ ਪਾ ਦਿੰਦੇ ਸਨ। ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਇਹ ਸੋਭਾ ਹੋਈ ਵੀ ਐਸਾ ਮੋਦੀ ਆਇਆ ਹੈ, ਮੋਦੀ ਦਾ ਨਾਮ ਹੈ ਮੋਦੀ ਖਾਨੇ ਵਿੱਚ ਬੈਠ ਕਰਕੇ ਰਸਤਾ ਦੇਣ ਵਾਲਾ, ਕਿਤੇ ਹੋਰ ਪਾਸੇ ਨਾ ਲੈ ਜਾਣਾ ਵੀ ਕਿਹੜਾ ਮੋਦੀ। ਮੋਦੀ ਦਾ ਭਾਵ ਜਿਹੜਾ ਮੋਦੀ ਖਾਨੇ ਵਿੱਚ ਬੈਠ ਕਰਕੇ ਕਾਰਜ ਕਰਦਾ ਹੈ। ਤਾਂ ਐਸਾ ਇਤਿਹਾਸ ਵਿੱਚ ਲਿਖਿਆ ਹੈ। ਤਾਂ ਮਹਾਰਾਜ ਸਾਹਿਬ ਜੀ ਜਦੋਂ ਬੈਠੇ ਤੇ ਰਸਤਾ ਵੰਡਦੇ ਆ ਤੇ ਸੋਭਾ ਫੈਲੀ ਅੱਗੇ ਤੋਂ ਅੱਗੇ, ਤੇ ਫਿਰ ਤਾਂ ਲੈਣਾ ਲੱਗਣੀਆਂ ਸ਼ੁਰੂ ਹੋ ਗਈਆਂ ਵੀ ਇੱਥੇ ਬਿਨਾਂ ਪੈਸਿਆਂ ਤੋਂ ਵੀ ਸੌਦਾ ਮਿਲ ਜਾਂਦਾ ਹੈ। ਤੇ ਜਦੋਂ ਇਸ ਤਰ੍ਹਾਂ ਦੀ ਸੋਭਾ ਹੋਵੇ, ਆ ਕਿਤੇ ਕਿਤੇ ਕਈਆਂ ਗੁਰਮੁਖਾਂ ਨੇ ਜਗਤ ਗੁਰੂ ਜੀ ਦੇ ਨਾਂ ਦੇ ਉੱਤੇ ਹੱਟੀਆਂ ਖੋਲ੍ਹੀਆਂ ਨਾ, ਤੇ ਉਹਦੇ ਵਿੱਚ ਕੁਝ ਰਾਇਤ ਕੀਤੀ ਆ ਵੀ ਇੱਥੇ ਆਮ ਦੁਕਾਨਾਂ ਨਾਲੋਂ ਸਸਤਾ ਸੌਦਾ ਦਿੱਤਾ ਜਾਂਦਾ ਹੈ, ਤੇ ਉੱਥੇ ਵੀ ਭੀੜਾਂ ਲੱਗ ਜਾਂਦੀਆਂ। ਹਾਲੇ ਕਿ ਮਹਾਰਾਜ ਦੇ ਨਾਂ ਤੇ ਖੋਲ੍ਹੀਆਂ। ਤੇ ਜਿੱਥੇ ਗੁਰੂ ਸਾਹਿਬ ਆਪ ਬੈਠੇ ਆ, ਜਦੋਂ ਪਤਾ ਲੱਗਾ ਲੋਕਾਂ ਨੂੰ ਵੀ ਇੱਥੇ ਬਿਨਾਂ ਪੈਸਿਆਂ ਤੋਂ ਵੀ ਸੌਦਾ ਦੇ ਦਿੰਦੇ ਮਹਾਰਾਜ, ਤੇ ਜਿਹੜੇ ਪੈਸੇ ਦੇ ਕੇ ਲੈਂਦੇ ਉਹਨਾਂ ਨੂੰ ਤਾਂ ਮਿਲਣਾ ਹੀ ਮਿਲਣਾ ਹੈ, ਕਿਉਂਕਿ ਮਹਾਰਾਜ ਸਾਹਿਬ ਤਾਂ ਇੱਕ ਨੌਕਰੀ ਉੱਥੇ ਕਰ ਰਹੇ ਸਨ।
ਮੋਦੀ ਖਾਨਾ ਦੌਲਤ ਖਾਂ ਦਾ ਹੈ। ਸੰਸਾਰੀ ਨਜ਼ਰੀਏ ਨਾਲ ਮਹਾਰਾਜ ਨੌਕਰੀ ਕਰ ਰਹੇ ਹਨ, ਪਰ ਗਰੀਬ ਨਵਾਜ਼ ਸਾਹਿਬ ਦੇ ਅੱਗੇ ਹਰ ਰੋਜ਼ ਲੋੜਵੰਦਾਂ ਦੀਆਂ, ਸਾਧੂਆਂ ਦੀਆਂ, ਫਕੀਰਾਂ ਦੀਆਂ, ਗ੍ਰਸਤੀਆਂ ਦੀਆਂ ਲੈਣਾ ਲੱਗੀਆਂ ਹੁੰਦੀਆਂ ਤੇ ਸਤਿਗੁਰੂ ਸਾਹਿਬ ਜੀ ਛਾਬਾ ਭਰ ਭਰ ਕੇ, ਤਕੜੀ ਭਰ ਭਰ ਕੇ ਗਰੀਬ ਨਵਾਜ਼ ਸਾਹਿਬ ਜੀ ਝੋਲੀਆਂ ਭਰੀ ਜਾਂਦੇ, ਪਿੱਛੋਂ ਭਾਈ ਬਾਲਾ ਜੀ ਕੱਢ ਕੱਢ ਕੇ ਫੜਾਈ ਜਾਂਦੇ। ਇਹਦੇ ਵਿੱਚ ਕੱਪੜੇ ਵੀ ਸਨ, ਬਾਕੀ ਸੌਦਾ ਵੀ ਸੀ, ਕੱਪੜੇ ਵੀ ਸਨ, ਹਰੇਕ ਤਰ੍ਹਾਂ ਦੀ ਜੋ ਲੋੜੀਂਦਾ ਸਾਜੋ ਸਮਾਨ ਉਹ ਸਾਰਾ ਮੋਦੀ ਖਾਨੇ ਦੇ ਵਿੱਚ ਸੀ। ਤੇ ਮਹਾਰਾਜ ਸਾਹਿਬ ਜੀ ਪ੍ਰਭੂ ਨਾਮ ਨਾਲ ਜੁੜੇ ਹੋਏ ਤੇਰਾ 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 ਕਹਿ ਕੇ ਝੋਲੀਆਂ ਭਰੀ ਜਾਂਦੇ। ਲੋਕਾਂ ਨੇ ਈਰਖਾ ਵੀ ਕੀਤੀ, ਕਿਉਂਕਿ ਸੁਭਾਵਿਕ ਹੀ ਹੈ, ਦੋਵੇਂ ਪੱਖ ਬਰਾਬਰ ਹੀ ਚੱਲਦੇ ਆ। ਈਰਖਾ ਵਾਲਾ ਵੀ ਤਾਂ ਈਰਖਾ ਕਰਨ ਵਾਲਿਆਂ ਨੇ, ਕਈਆਂ ਨੇ ਭਾਈਆ ਜੈ ਰਾਮ ਜੀ ਨੂੰ ਆਖਿਆ, ਕਈਆਂ ਨੇ ਜਾ ਕੇ ਬੇਬੇ ਨਾਨਕੀ ਜੀ ਨੂੰ ਆਖਿਆ, ਕਈਆਂ ਨੇ ਦੌਲਤ ਖਾਂ ਲੋਧੀ ਨੂੰ ਆਖਿਆ ਵੀ ਜਿਹੜਾ ਤੇਰਾ ਦੁਕਾਨਦਾਰ ਹੈ ਨਾ, ਸੌਦਾ ਵੇਚਣ ਵਾਲਾ ਹੈ, ਉਹ ਤਾਂ ਹਰ ਇੱਕ ਨੂੰ ਉਂਝ ਹੀ ਦੇਈ ਜਾਂਦਾ ਸੌਦਾ, ਜਦੋਂ ਹਿਸਾਬ ਹੋਵੇਗਾ ਪਤਾ ਫਿਰ ਲੱਗੇਗਾ ਘਾਟਾ ਪੈ ਜਾਣਾ। ਤੇ ਉਸ ਵੇਲੇ ਦੌਲਤ ਖਾਂ ਨੇ ਵੀ ਨਿਗਰਾਨੀ ਰੱਖੀ ਵੀ ਉੱਥੇ ਤਾਂ ਜੀ ਭੀੜਾਂ ਲੱਗੀਆਂ ਰਹਿੰਦੀਆਂ ਵਾ ਮੋਦੀ ਖਾਨੇ ਦੇ ਅੱਗੇ। ਤਾਂ ਕਈਆਂ ਨੇ ਮਹਾਰਾਜ ਨੂੰ ਹੀ ਆ ਕੇ ਆਖ ਦਿੱਤਾ ਵੀ ਤੁਸੀਂ ਉਸ ਤਰ੍ਹਾਂ ਹੀ ਦੇਈ ਜਾਂਦੇ ਹੋ ਸਭ ਨੂੰ ਸੌਦਾ, ਕੋਈ ਹਿਸਾਬ ਕਿਤਾਬ ਨਹੀਂ ਰੱਖਦੇ ਪੈਸੇ ਦਾ, ਘਾਟਾ ਪੈ ਜਾਵੇਗਾ ਤੁਹਾਨੂੰ, ਤੇਰਾ ਤੇਰਾ ਕਹਿ ਕੇ ਦੇਈ ਜਾਂਦੇ ਹੋ। ਤਾਂ ਮਹਾਰਾਜ ਕਹਿੰਦੇ ਘਾਟਾ ਇੰਜ ਨਹੀਂ ਪੈਂਦਾ ਹੁੰਦਾ ਗੁਰਮੁਖੋ। ਕਹਿੰਦੇ ਕਿਵੇਂ ਪੈਂਦਾ? ਮਹਾਰਾਜ ਕਹਿੰਦੇ ਜਦੋਂ ਮੇਰਾ ਮੇਰਾ ਆਖੀਏ ਉਦੋਂ ਘਾਟਾ ਪੈਂਦਾ, ਜਦੋਂ ਤੇਰਾ ਤੇਰਾ ਆਖੀਏ ਉਦੋਂ ਤੇ ਘਾਟੇ ਪੂਰੇ ਹੋ ਜਾਂਦੇ ਆ। ਜਦੋਂ ਇਨਸਾਨ ਮੈਂ ਕਰਦਾ, ਮੇਰੀ ਮੇਰੀ ਕਰਦਾ, ਮੇਰਾ ਮੇਰਾ ਕਰਦਾ, ਉਦੋਂ ਘਾਟੇ 'ਚ ਜਾਂਦਾ। ਗੁਰੂ ਕਾ ਬਚਨ ਹੈ ਅੰਮ੍ਰਿਤ ਬਾਣੀ ਦਾ, ਜਬ ਲਗ ਮੇਰੀ ਮੇਰੀ ਕਰੈ ਤਬ ਲਗ ਕਾਜ ਏਕ ਨਹੀਂ ਸਰੈ, ਜਬ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰਹਿ ਆਏ। ਜਦੋਂ ਮੇਰੀ ਮੇਰੀ ਮਿਟ ਜਾਵੇ ਫਿਰ ਤਾਂ ਆਪ ਪ੍ਰਭੂ ਵਿੱਚ ਖਲੋ ਜਾਂਦਾ ਤੇ ਕਾਰਜ ਸਵਾਰਦਾ ਹੈ। ਜਦੋਂ ਤੇਰਾ ਤੇਰਾ ਆਖੀਏ ਘਾਟੇ ਪੂਰੇ ਹੋ ਜਾਂਦੇ ਆ। ਤਾਂ ਜਗਤ ਗੁਰੂ ਜੀ ਨੇ 16 ਸਾਲ ਦੀ ਸਰੀਰ ਕਾਰਬਲਾ ਵਿੱਚ, ਸਾਧ ਸੰਗਤ ਜੀ 1542 ਵਿੱਚ ਮਹਾਰਾਜ ਨੇ ਮੋਦੀ ਖਾਨਾ ਸੰਭਾਲਿਆ। 1 ਸਾਲ ਹੋਇਆ ਸੀ ਮੋਦੀ ਖਾਨਾ ਕਰਦਿਆਂ। ਇਸ ਸੁਲਤਾਨਪੁਰ ਦੀ ਧਰਤੀ ਨੂੰ ਆਪਣੇ ਚਰਨਾਂ ਦੀ ਛੋਹ ਬਖਸ਼ ਕੇ ਪਵਿੱਤਰ ਕੀਤਾ ਤੇ ਜਗਤ ਗੁਰੂ ਜੀ ਦਾ ਮੰਗਣਾ ਹੋਇਆ 17 ਸਾਲ ਦੀ ਉਮਰ ਦੇ ਵਿੱਚ। ਬਾਬਾ ਮੂਲ ਚੰਦ ਜੀ ਪਟਵਾਰੀ ਪੱਖੋ ਕੇ ਰੰਧਾਵਿਆਂ ਦੇ, ਮਾਤਾ ਚੰਦੋ ਰਾਣੀ ਜੀ, ਤਿੰਨਾਂ ਦੀ ਸਪੁੱਤਰੀ ਧੰਨ ਮਾਤਾ ਸੁਲੱਖਣੀ ਜੀ ਦੇ ਨਾਲ 1543 ਬਿਕਰਮੀ ਨੂੰ ਜਗਤ ਗੁਰੂ ਜੀ ਦਾ ਮੰਗਣਾ ਹੋਇਆ। 1 ਸਾਲ ਹੋਇਆ ਜਦੋਂ ਬਾਬਾ ਜੀ ਦੀ ਸਰੀਰ ਕਾਰਬਲਾ 18 ਸਾਲਾਂ ਦੀ ਹੋਈ। 1544 ਬਿਕਰਮੀ ਸੰਮਤ ਦੇ ਵਿੱਚ ਫਿਰ ਜਗਤ ਗੁਰੂ ਜੀ ਦਾ ਆਨੰਦ ਕਾਰਜ ਹੋਇਆ ਮਾਤਾ ਸੁਲੱਖਣੀ ਜੀ ਦੇ ਨਾਲ। ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਹੀ ਬਰਾਤ ਗਈ। ਇੱਥੇ ਹੀ ਸਾਰਾ ਪਰਿਵਾਰ, ਮਾਤਾ ਪਿਤਾ ਜੀ, ਇਸੇ ਤਰ੍ਹਾਂ ਮਾਮਾ ਕ੍ਰਿਸ਼ਨਾ ਜੀ, ਨਾਨਾ ਰਾਮਾ ਜੀ, ਨਾਨੀ ਮਾਤਾ ਭਰਾਈ ਜੀ, ਉਹ ਸਾਰਾ ਪਰਿਵਾਰ, ਬੇਦੀ ਪਰਿਵਾਰ ਇੱਥੇ ਹੀ ਚੱਲ ਕੇ ਆਇਆ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਬੇਬੇ ਨਾਨਕੀ ਜੀ ਦੇ ਪਾਸ। ਇੱਥੋਂ ਮਹਾਰਾਜ ਸਾਹਿਬ ਜੀ ਦੀ ਬਰਾਤ ਦੀ ਰਵਾਨਗੀ ਹੁੰਦੀ ਹੈ ਤੇ ਬਟਾਲੇ ਦੀ ਧਰਤੀ ਤੇ ਬਰਾਤ ਪਹੁੰਚਦੀ ਹੈ। ਗੁਰਦੁਆਰਾ ਸੱਤ ਕਰਤਾਰੀਆ ਸਾਹਿਬ ਸੋਭਾ ਪਾਉਂਦਾ ਹੈ, ਗੁਰਦੁਆਰਾ ਕੰਧ ਸਾਹਿਬ ਸੋਭਾ ਪਾਉਂਦਾ ਹੈ। ਮਾਤਾ ਸੁਲੱਖਣੀ ਜੀ ਦੇ ਨਾਲ ਆਨੰਦ ਕਾਰਜ ਹੋਇਆ ਹੈ। ਮੂਲ ਮੰਤਰ ਉਚਾਰਨ ਕਰਕੇ ਚੌਂਕੀ ਤੇ ਰੱਖ ਕੇ ਉੱਤੇ ਬਸਤਰ ਪਾ ਕੇ ਮਹਾਰਾਜ ਨੇ 4 ਲਾਵਾਂ ਲਈਆਂ। ਬ੍ਰਾਹਮਣ ਕਹਿੰਦੇ ਸੀ ਕਿ ਅੱਗ ਦੇ ਦੁਆਲੇ, ਵੇਦੀ ਦੇ ਦੁਆਲੇ ਲਾਵਾਂ ਕਰਾਵਾਂਗੇ, ਵਿਆਹ ਕਰਾਵਾਂਗੇ। ਮਹਾਰਾਜ ਕਹਿੰਦੇ ਅੱਗ ਤੇ ਇੱਕ ਕਿਰਤ ਹੈ, ਕਰਤਾ ਪੁਰਖ ਦੀ ਪੈਦਾ ਕੀਤੀ ਹੋਈ 5 ਤੱਤਾਂ ਵਿੱਚੋਂ ਇੱਕ ਕਿਰਤ ਹੈ, ਅਸੀਂ ਤੇ ਸ਼ਬਦ ਦੇ ਦੁਆਲੇ ਪ੍ਰਕਰਮਾ ਕਰਾਂਗੇ। ਮੂਲ ਮੰਤਰ ਦੇ ਦੁਆਲੇ ਮਾਤਾ ਸੁਲੱਖਣੀ ਜੀ ਦੇ ਨਾਲ ਮਹਾਰਾਜ ਸਾਹਿਬ ਜੀ ਦੀਆਂ ਪ੍ਰਕਰਮਾਂ ਹੋਈਆਂ। ਗੁਰੂ ਜੀ ਦਾ ਆਨੰਦ ਕਾਰਜ ਹੋਇਆ, ਵਿਆਹ ਹੋਇਆ। ਫਿਰ ਇੱਕ ਕੱਚੀ ਜੀ ਕੰਧ ਦੇ ਨੇੜੇ ਮਹਾਰਾਜ ਸਾਹਿਬ ਜੀ ਨੂੰ ਬਿਠਾ ਦਿੱਤਾ ਸੀ। ਉਹ ਪੰਡਤਾਂ ਨੇ ਸਲਾਹ ਕੀਤੀ, ਕੁਝ ਬੰਦਿਆਂ ਨੂੰ ਪੈਸੇ ਦਿੱਤੇ ਵੀ ਇਹਨਾਂ ਨੇ ਆਪਣੀ ਮਰਿਆਦਾ ਤੋੜ ਦਿੱਤੀ ਅੱਗ ਦੇ ਦੁਆਲੇ ਵਿਆਹ ਕਰਨ ਵਾਲੀ। ਧੱਕਾ ਮਾਰ ਕੇ ਕੱਚੀ ਕੰਧ ਉੱਤੇ ਸੁੱਟ ਕੇ ਲਾੜੇ ਨੂੰ ਥੱਲੇ ਹੀ ਦੇ ਦਿਓ। ਸੋਚਾਂ ਹੀ ਸੋਚ ਰਹੀ ਇੱਕ ਬਜ਼ੁਰਗ ਮਾਤਾ ਨੇੜਿਓਂ ਦੀ ਲੰਘੀ, ਉਹਨੇ ਆਖਿਆ ਕਾਕਾ ਇਹ ਮੰਜੀਆਂ ਪਾਸੇ ਕਰ ਲਓ, ਕੰਧ ਕੱਚੀ ਹੈ, ਡਿੱਗ ਪਵੇਗੀ, ਹੇਠਾਂ ਆ ਜਾਓਗੇ। ਮਹਾਰਾਜ ਨੇ ਆਖਿਆ ਮਾਤਾ ਸਾਡੇ ਵਿਆਹ ਦੀ ਨਿਸ਼ਾਨੀ ਇਹ ਨਹੀਂ ਸਦੀਆਂ ਤੱਕ ਡਿੱਗਦੀ, ਸਾਡੇ ਵਿਆਹ ਦੀ ਨਿਸ਼ਾਨੀ
ਆ ਵੇਖੋ ਕੌਮ ਨੇ 550 ਸਾਲਾਂ ਮਨਾਇਆ ਤੇ ਅੱਜ ਵੀ ਉਹ ਸੀਸੇ 'ਚ ਮੜੀ ਹੈ। ਕੁਝ 10 ਕੁ ਫੁੱਟ ਦੀ ਕੰਧ ਜਿਹੜੀ ਹੈ ਅੱਜ ਵੀ ਸੀਸੇ 'ਚ ਮੜੀ ਹੋਈ ਕੱਚੀ ਕੰਧ ਹੈ ਤੇ ਗੁਰਦੁਆਰਾ ਸਾਹਿਬ ਦਾ ਨਾਮ ਕੰਧ ਸਾਹਿਬ ਹੈ। ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ਾਂ ਕੀਤੀਆਂ ਔਰ ਇੱਥੇ ਸੁਲਤਾਨਪੁਰ ਸਾਹਿਬ ਦੀ ਧਰਤੀ ਤੇ ਮਹਾਰਾਜ ਸਾਹਿਬ ਮਾਤਾ ਸੁਲੱਖਣੀ ਜੀ ਦੇ ਨਾਲ ਆਉਂਦੇ ਆ। ਫਿਰ ਇੱਥੋਂ ਫਿਰ ਰਾਏ ਭੋਏ ਦੀ ਤਲਵੰਡੀ ਵੀ ਜਾਂਦੇ, 1 ਮਹੀਨਾ ਉੱਥੇ ਰਹਿ ਕੇ ਆਉਂਦੇ ਮਹਾਰਾਜ ਸਾਹਿਬ, ਇਤਿਹਾਸ ਵਿੱਚ ਲਿਖਿਆ। ਫਿਰ ਵਾਪਸ ਮੋਦੀ ਖਾਨੇ ਵਿੱਚ ਆ ਕੇ ਕਾਰ ਸੰਭਾਲਦੇ ਆ। ਤਾਂ ਜਿੱਥੇ ਗੁਰਦੁਆਰਾ ਗੁਰੂ ਕਾ ਬਾਗ ਸਾਹਿਬ ਹੈ, ਇਹ ਮਹਾਰਾਜ ਸਾਹਿਬ ਜੀ ਦਾ ਘਰ ਵਾਲਾ ਸਥਾਨ ਹੈ। ਇੱਥੇ ਮਹਾਰਾਜ ਸਾਹਿਬ ਜੀ ਰਹਿੰਦੇ। ਇੱਥੇ ਹੀ ਗਰੀਬ ਨਵਾਜ ਸਾਹਿਬ ਜੀ ਦੇ ਵਿਆਹ ਤੋਂ 7 ਸਾਲ ਬਾਅਦ 1551 ਬਿਕਰਮੀ ਸੰਮਤ ਵਿੱਚ ਵੱਡਾ ਸਾਹਿਬਜ਼ਾਦਾ ਬਾਬਾ ਸ਼੍ਰੀ ਚੰਦ ਸਾਹਿਬ ਜੀ ਧੰਨ ਮਾਤਾ ਸੁਲੱਖਣੀ ਜੀ ਦੀ ਪਵਿੱਤਰ ਕੁੱਖ ਤੋਂ ਪ੍ਰਗਟ ਹੋਏ। ਉਹਨਾਂ ਤੋਂ 2 ਸਾਲ ਬਾਅਦ 1553 ਬਿਕਰਮੀ ਸੰਮਤ ਦੇ ਵਿੱਚ ਜਦੋਂ ਬਾਬਾ ਜੀ ਦੀ 27 ਸਾਲ ਦੀ ਸਰੀਰ ਕਾਰਬਲਾ ਸੀ ਤੇ ਛੋਟੇ ਸਾਹਿਬਜ਼ਾਦੇ ਬਾਬਾ ਲਖਮੀ ਦਾਸ ਸਾਹਿਬ ਜੀ ਪ੍ਰਗਟ ਹੋਏ। ਇੱਥੇ ਰਹਿੰਦਿਆਂ ਹੋਇਆਂ ਮਹਾਰਾਜ ਨੇ ਰੋਜ਼ ਮੋਦੀ ਖਾਨੇ ਵਿੱਚੋਂ ਚੱਲ ਕੇ ਇਸ ਥਾਂ ਤੇ ਆਉਣਾ, ਵੇਈ ਨਦੀ ਵਿੱਚ ਇਸ਼ਨਾਨ ਕਰਨਾ। ਗਰੀਬ ਨਵਾਜ ਸਾਹਿਬ ਜੀ ਨੇ ਤੇ ਇਸ ਸਥਾਨ ਤੇ ਗੁਰਦੁਆਰਾ ਬੇਰ ਸਾਹਿਬ ਵਾਲੇ ਸਥਾਨ ਤੇ ਜਿੱਥੇ ਭੋਰਾ ਸਾਹਿਬ ਸੋਭਾ ਪਾਉਂਦਾ ਹੈ, ਇੱਥੇ ਚੌਂਕੜਾ ਲਾ ਕੇ ਆਪਣੇ ਧਿਆਨ ਵਿੱਚ ਮਹਾਰਾਜ ਨੇ ਲੀਨ ਹੋਣਾ। ਰੋਜ਼ ਇੱਥੇ ਕੰਢੇ ਤੇ ਪਹਿਲੋਂ ਦਾਤਨ ਕਰਨੀ, ਜਲ ਵਰਤਣਾ, ਫਿਰ ਵੇਈ ਵਿੱਚੋਂ ਇਸ਼ਨਾਨ ਕਰਨਾ। ਪਿਛਲੇ ਸਮੇਂ ਵਿੱਚ ਨਦੀਆਂ ਤੇ ਦਰਿਆਵਾਂ ਨੂੰ ਬਹੁਤ ਸਾਫ਼ ਰੱਖਿਆ ਜਾਂਦਾ ਸੀ। ਇਹਨਾਂ 'ਚ ਲੋਕ ਗੰਦਗੀ ਨਹੀਂ ਸੀ ਪਾਉਂਦੇ। ਅੱਜ ਕੱਲ੍ਹ ਤਾਂ ਗੰਦਗੀ ਪਾ ਦਿੰਦੇ ਹਨ ਵਿੱਚ, ਪਰ ਪਿਛਲੇ ਸਮੇਂ ਵਿੱਚ ਦੇਵਤੇ ਕਰਕੇ ਇਹਨਾਂ ਨੂੰ ਪੂਜਿਆ ਜਾਂਦਾ ਸੀ, ਤੀਰਥ ਕਰਕੇ ਪੂਜਿਆ ਜਾਂਦਾ, ਸਤਿਕਾਰਿਆ ਜਾਂਦਾ ਸੀ, ਜਲ ਨੂੰ ਸਾਫ਼ ਰੱਖਿਆ ਜਾਂਦਾ ਸੀ। ਇਹ ਵਗਦੀ ਹੁੰਦੀ ਸੀ ਵੇਈ ਨਦੀ ਤੇ ਇਹਦਾ ਜਲ ਸਾਫ਼ ਹੁੰਦਾ ਸੀ। ਇੱਥੇ ਮਹਾਰਾਜ ਸਾਹਿਬ ਜੀ ਇਸ਼ਨਾਨ ਕਰਦੇ ਸੀ। ਤੇ ਇੱਕ ਦਿਨ ਗਰੀਬ ਨਵਾਜ ਸਾਹਿਬ ਜੀ ਮੋਦੀ ਖਾਨੇ ਤੋਂ ਇੱਥੋਂ ਆਉਂਦੇ ਆ। ਕਵੀ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ, ਆਪਣ ਤੇ ਚੱਲ ਨੀਰ ਕੈ ਤੀਰ ਪੈ ਦੰਤਨ ਧਾਵਣ ਆਣ ਕਰੀ। ਇੱਥੇ ਆ ਕੇ ਮਹਾਰਾਜ ਨੇ ਦਾਤਨ ਕੀਤੀ। ਬੇਰੀ ਦੀ ਦਾਤਨ ਭਾਈ ਭਗੀਰਥ ਜੀ ਲੈ ਕੇ ਆਏ ਸੀ। ਆਪਣ ਨਾਮ ਹੈ ਮੋਦੀ ਖਾਨੇ ਦਾ। ਆਪਣ ਤੇ ਚੱਲ ਨੀਰ ਕੇ ਤੀਰ ਪੈ, ਨੀਰ ਨਾਮ ਵੇਈ ਨਦੀ ਦਾ ਜਲ, ਤੀਰ ਨਾਮ ਉਹਦੇ ਕੰਢੇ ਤੇ। ਇੱਥੇ ਤੁਰਦਿਆਂ ਫਿਰਦਿਆਂ ਅੰਮ੍ਰਿਤ ਵੇਲੇ ਦਾਤਨ ਕੀਤੀ, ਦੰਤਨ ਧਾਵਣ ਆਣ ਕਰੀ। ਤੇ ਕਰਕੇ ਬਾਅਦ ਵਿੱਚ ਗਾਡ ਦਈ ਧਰ ਧਰਤੀ 'ਚ ਗੱਡ ਦਿੱਤੀ ਇੱਥੇ ਮਹਾਰਾਜ ਨੇ। ਹੋਤ ਭਇਓ ਤਾਰ, ਉਸ ਦਾਤਨ ਦਾ ਫਿਰ ਦਰਖਤ ਹੋਇਆ ਬੇਰੀ ਦਾ। ਹੈ ਅਬ ਲਓ ਬਾਰ ਸੋ ਬਦਰੀ। ਭਾਈ ਸਾਹਿਬ ਕਹਿੰਦੇ ਅੱਜ ਤੀਕ ਉਹ ਸ੍ਰੇਸ਼ਟ ਬੇਰੀ ਸਾਹਿਬ ਦਾ ਦਰਖਤ ਸੋਭਾ ਪਾਉਂਦਾ ਹੈ ਤੇ ਉਸੇ ਬੇਰੀ ਦੇ ਨਾਮ ਤੇ ਗੁਰੂ ਘਰ ਦਾ ਨਾਮ ਹੈ ਗੁਰਦੁਆਰਾ ਸ੍ਰੀ ਬੇਰ ਸਾਹਿਬ। ਤਾਂ ਮਹਾਰਾਜ ਨੇ ਇਹ ਦਾਤਨ ਉਸ ਦਿਨ ਕੀਤੀ ਸੀ। ਇਹ ਵੀ ਯਾਦ ਰੱਖਣ ਵਾਲੀ ਗੱਲ ਵਾ। ਇਹ ਬੇਰੀ ਸਾਹਿਬ ਦਾਤਨ ਕਰਕੇ ਉਸ ਦਿਨ ਲਾਈ ਸੀ, ਜਿਸ ਦਿਨ ਫਿਰ ਇਹ ਦਾਤਨ ਕਰਨ ਤੋਂ ਇੱਥੇ ਗੱਡ ਕੇ ਵੇਈ 'ਚ ਇਸ਼ਨਾਨ ਕਰਨ ਵਾਸਤੇ ਪ੍ਰਵੇਸ਼ ਕੀਤਾ ਤੇ ਅੱਜ ਬਾਹਰ ਨਹੀਂ ਨਿਕਲੇ। ਇਹ ਇਤਿਹਾਸ ਵਿੱਚ ਲਿਖਿਆ, ਇਹ ਦਾਤਨ ਉਸ ਦਿਨ ਮਹਾਰਾਜ ਨੇ ਗੱਡੀ ਆ। ਗਰੀਬ ਨਵਾਜ ਸਾਹਿਬ ਜੀ ਨੇ ਜਦੋਂ ਫਿਰ ਵੇਈ 'ਚ ਚੁੱਭੀ ਮਾਰੀ ਹੈ ਤੇ 3 ਦਿਨ ਬਾਅਦ ਸੰਤ ਘਾਟ ਸਾਹਿਬ ਵਾਲੇ ਸਥਾਨ ਤੇ ਪ੍ਰਗਟ ਹੋਏ ਸੀ। ਜਦੋਂ ਪੁੱਛਿਆ ਸੀ ਸੰਗਤ ਨੇ, ਮਹਾਰਾਜ 3 ਦਿਨ ਕਿੱਥੇ ਰਹੇ? ਕਹਿੰਦੇ ਅਸੀਂ ਨਿਰੰਕਾਰ ਦੇ ਦੇਸ਼ ਗਏ ਸਾਂ, ਸੱਚਖੰਡ ਵਿੱਚ ਗਏ ਸਾਂ। ਉੱਥੇ ਫਿਰ ਮੂਲ ਮੰਤਰ ਮਹਾਰਾਜ ਨੇ ਉਚਾਰ ਕੇ ਮੂਲ ਮੰਤਰ ਬਖਸ਼ਿਸ਼ ਕੀਤਾ। ਤੋ ਸਤਿਗੁਰੂ ਜੀ ਨੇ ਫਿਰ ਗਰੀਬ ਨਵਾਜ ਨੇ ਮੋਦੀ ਖਾਨਾ ਲਟਾਉਣਾ ਤੇ 1554 ਬਿਕਰਮੀ ਸੰਮਤ ਲਿਖਿਆ ਹੈ ਕਿ ਮਹਾਰਾਜ ਸਾਹਿਬ ਜੀ ਨੇ 28 ਸਾਲ ਦੀ ਸਰੀਰ ਕਾਰਬਲਾ ਦੇ ਵਿੱਚ ਫਿਰ ਇੱਥੋਂ ਉਦਾਸੀਆਂ ਆਰੰਭ ਕੀਤੀਆਂ। ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਬਾਬੇ ਤਾਰੇ 4 ਚੱਕ 9 ਖੰਡ ਪ੍ਰਿਥਵੀ ਸੱਚਾ ਢੋਆ, ਗੁਰਮੁਖ ਕਲ ਵਿੱਚ ਪ੍ਰਗਟ ਹੋਆ। 25 ਸਾਲ ਮਹਾਰਾਜ ਸਾਹਿਬ ਜੀ ਨੇ ਉਦਾਸੀਆਂ ਦੇ ਵਿੱਚ ਗੁਜ਼ਾਰੇ। ਐਸਾ ਲਿਖਿਆ ਹੈ ਗੁਰਮੁਖਾਂ ਨੇ। 25 ਸਾਲ ਮਹਾਰਾਜ ਸਾਹਿਬ 4 ਚੱਕਾਂ ਵਿੱਚ ਕਿੱਥੇ ਕਿੱਥੇ ਗਏ ਉਹ ਕੋਈ ਗਿਣਤੀ ਮਿਣਤੀ ਨਹੀਂ ਹੈ। ਗੜ ਬਗਦਾਦ ਨਿਵਾਏ ਕੈ ਮੱਕਾ ਮਦੀਨਾ ਸਭ ਨਿਵਾਇਆ। ਸਿੱਧ 84 ਮੰਡਲੀ ਖਟ ਦਰਸ਼ਨ ਪਾ ਖੰਡ ਜਿਣਾਇਆ। ਪਾਤਾਲਾਂ ਆਕਾਸ਼ ਲਖ ਜਿੱਤੀ ਧਰਤੀ ਜਗਤ ਸਬਾਇਆ। ਜਿੱਤੀ ਨਵਖੰਡ ਮੇਦਨੀ ਸਤ ਨਾਮ ਦਾ ਚੱਕਰ ਫਿਰਾਇਆ। ਦੇਵ ਦਾਨੋ ਰਾਖਸ਼ ਦੈਂਤ ਸਭ ਚਿੱਤ ਗੁਪਤ ਸਭ ਚਰਨੀ ਲਾਇਆ। ਇੰਦਰਾਸਣ ਅਪਸ਼ਰਾ ਰਾਗ ਰਾਗਣੀ ਮੰਗਲ ਗਾਇਆ। ਭਇਆ ਆਨੰਦ ਜਗਤ ਵਿੱਚ ਕਲ ਤਾਰਨ ਗੁਰ ਨਾਨਕ ਆਇਆ। ਹਿੰਦੂ ਮੁਸਲਮਾਨ ਨਿਵਾਇਆ। ਤੇ ਇਸ ਸੁਲਤਾਨਪੁਰ ਲੋਧੀ ਦੀ ਧਰਤੀ ਦਾ ਮਹਾਰਾਜ ਨੇ ਕਣ ਕਣ ਪਵਿੱਤਰ ਕੀਤਾ। ਇੱਥੇ ਚਰਨ ਪਾ ਕੇ ਗਲੀਆਂ ਪਵਿੱਤਰ ਕੀਤੀਆਂ। ਕਿਹੜੀ ਥਾਂ ਜਿੱਥੇ ਮਹਾਰਾਜ ਸਾਹਿਬ ਨਹੀਂ ਵਿਚਰੇ। ਤੋ ਐਸੇ ਜਗਤ ਗੁਰੂ ਜੀ ਦੇ ਪਵਿੱਤਰ ਅਸਥਾਨ ਤੇ ਗੁਰੂ ਚਰਨਾਂ 'ਚ ਹਾਜ਼ਰੀ ਭਰ ਰਹੇ ਹਾਂ।
ਜੋ ਲੜੀਵਾਰ ਰੂਪ ਵਿੱਚ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਸ਼ਰਧਾ ਭਾਵਨਾ ਸਹਿਤ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਪੰਜਵਾ। ਰਾਮ ਕਲੀ ਰਾਗ ਹੈ। ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪਣੀ ਪਾਵਨ ਰਸਨਾ ਤੋਂ ਉਚਾਰਨ ਕਰਦੇ ਹਨ। ਇਹ ਪਾਵਨ ਸ਼ਬਦ 900 ਅੰਗ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਵਿੱਚ ਸੁਭਾਇਮਾਨ ਹੈ। ਸਤਿਗੁਰੂ ਜੀ ਫਰਮਾਉਂਦੇ ਹਨ, ਜੋ ਤਿਸ ਭਾਵੈ ਸੋ ਥੀਆ। ਮਹਾਰਾਜ ਕਹਿੰਦੇ ਹਨ, ਜੋ ਤਿਸ ਭਾਵੈ, ਤਿਸ ਤੋਂ ਭਾਵ ਹੈ ਉਸ ਵਾਹਿਗੁਰੂ ਜੀ ਨੂੰ। ਜੋ ਤਿਸ ਵਾਹਿਗੁਰੂ ਜੀ ਨੂੰ ਭਾਵੈ, ਭਾਉਂਦਾ ਹੈ, ਸੋ ਥੀਆ, ਉਹੀ ਕੁਝ ਹੁੰਦਾ ਹੈ। ਥੀਆ ਤੋਂ ਭਾਵ ਹੈ ਹੁੰਦਾ ਹੈ। ਜੋ ਪਿੱਛੇ ਉਸ ਪਰਮੇਸ਼ਰ ਨੂੰ ਭਾਉਂਦਾ ਸੀ ਉਹ ਹੁੰਦਾ ਸੀ। ਜੋ ਹੁਣ ਭਾ ਰਿਹਾ, ਉਹਨੂੰ ਚੰਗਾ ਲੱਗ ਰਿਹਾ, ਉਹ ਕੁਝ ਹੋ ਰਿਹਾ ਹੈ। ਤੇ ਜੋ ਤਿਸ ਪਰਮੇਸ਼ਰ ਨੂੰ ਭਾਵੇਗਾ, ਚੰਗਾ ਲੱਗੇਗਾ, ਸੋ ਥੀਆ, ਉਹੀ ਕੁਝ ਹੋਵੇਗਾ। ਮਨੁੱਖ ਤਾਂ ਬਹੁਤ ਕੁਝ ਸੋਚਦਾ ਹੈ ਵੀ ਇਸ ਤਰ੍ਹਾਂ ਹੋਣਾ ਚਾਹੀਦਾ ਹੈ, ਇਸ ਤਰ੍ਹਾਂ ਹੋਣਾ ਚਾਹੀਦਾ ਹੈ, ਪਰ ਹੁੰਦਾ ਉਹ ਹੀ ਹੈ ਜੋ ਕਰਤਾਰ ਕਰਦਾ ਹੈ। ਜੋ ਤਿਸ ਭਾਵੈ ਸੋ ਥੀਆ। ਤੇ ਜਗਤ ਗੁਰੂ ਜੀ ਨੇ ਜਪਜੀ ਸਾਹਿਬ ਦੇ ਵਿੱਚ ਵੀ ਫਰਮਾਇਆ, ਮਹਾਰਾਜ ਕਹਿੰਦੇ ਜੋ ਵਾਹਿਗੁਰੂ ਤੈਨੂੰ ਭਾਉਂਦਾ ਉਹੀ ਚੰਗੀ ਕਾਰ ਹੈ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਹੋਣਾ ਉਹ ਕੁਝ ਹੀ ਹੈ ਜੋ ਵਾਹਿਗੁਰੂ ਨੂੰ ਭਾਉਂਦਾ ਹੈ। ਠੀਕ ਹੈ, ਮਨੁੱਖ ਸੋਚਦਾ ਹੈ, ਸੋਚਣਾ ਚਾਹੀਦਾ ਵੀ ਹੈ, ਪਰ ਜੋ ਵਾਹਿਗੁਰੂ ਨੂੰ ਭਾਉਂਦਾ ਹੈ ਉਹ ਕੁਝ ਹੀ ਹੁੰਦਾ ਹੈ। ਉਸੇ ਨੇ ਜੋ ਕੁਝ ਕਰਨਾ ਹੈ। ਭਗਤ ਕਬੀਰ ਸਾਹਿਬ ਜੀ ਨੇ ਵੀ ਫਰਮਾਇਆ ਨਾ, ਕਹਿੰਦੇ ਵੀ ਚਿਤਵਣੀਆਂ ਬੜੀਆਂ ਆਉਂਦੀਆਂ, ਫੁਰਨੇ ਬੜੇ, ਖਿਆਲ ਬਹੁਤ ਆਉਂਦੇ ਵੀ ਇਸ ਤਰ੍ਹਾਂ ਹੋਣਾ ਚਾਹੀਦਾ, ਇਸ ਤਰ੍ਹਾਂ, ਪਰ ਕਹਿੰਦੇ ਹੁੰਦਾ ਨਹੀਂ ਉਸ ਤਰ੍ਹਾਂ। ਹੁੰਦਾ ਉਹ ਹੈ ਜਿਹੜਾ ਮੇਰੇ ਚਿੱਤ ਵਿੱਚ ਵੀ ਨਹੀਂ ਹੁੰਦਾ, ਕਰਤਾ ਪੁਰਖ ਉਹ ਕਰ ਦਿੰਦਾ ਹੈ। ਇਸ ਕਰਕੇ ਵਾਹਿਗੁਰੂ ਅੱਗੇ ਤਾਂ ਸਦਾ ਅਰਦਾਸ ਹੀ ਕਰਨੀ ਚਾਹੀਦੀ ਹੈ, ਸਦਾ ਨਮਸਕਾਰ ਹੀ ਕਰਨੀ ਚਾਹੀਦੀ ਹੈ। ਹੇ ਪ੍ਰਭੂ, ਜੋ ਆਪ ਜੀ ਨੂੰ ਭਾਉਂਦਾ ਉਹੀ ਕੁਝ ਹੋਣਾ ਹੈ, ਤੇ ਮੈਨੂੰ ਵੀ ਉਹ ਚੰਗਾ ਲੱਗੇ, ਤੇਰਾ ਭਾਣਾ ਮੈਨੂੰ ਭਾਵੇ। ਕਿਉਂਕਿ ਹੁਕਮ ਦੀ ਬੜੀ ਵੱਡੀ ਖੇਡ ਹੈ। ਸਾਰਾ ਸੰਸਾਰ ਜੇ ਵਾਹਿਗੁਰੂ ਨੂੰ ਭਾਇਆ ਤੇ ਉਹਨੇ ਸੰਸਾਰ ਪੈਦਾ ਕਰ ਦਿੱਤਾ, ਤਾਂ ਉਹਨੂੰ ਭਾਇਆ ਤੇ ਸੰਸਾਰ ਉਹਦੀ ਮਰਜ਼ੀ ਵਿੱਚ ਚੱਲ ਰਿਹਾ ਹੈ। ਤਾਂ ਜਿਵੇਂ ਜਿਵੇਂ ਉਸ ਨੂੰ ਭਾਉਂਦਾ ਉਸੇ ਤਰ੍ਹਾਂ ਹੀ ਹੁੰਦਾ ਹੈ। ਇਸ ਕਰਕੇ ਮਹਾਰਾਜ ਨੇ ਆਖਿਆ, ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਸਾਡਾ ਤੇ ਜਨਮ ਵੀ ਆਪਣੀ ਮਰਜ਼ੀ ਨਾਲ ਨਹੀਂ ਹੋਇਆ, ਹੋਰ ਕੀ ਹੋਣਾ ਹੈ ਆਪਣੀ ਮਰਜ਼ੀ ਨਾਲ। ਸਾਡਾ ਜਨਮ ਵੀ ਵਾਹਿਗੁਰੂ ਨੂੰ ਭਾਇਆ ਤੇ ਉਹਨੇ ਸਾਨੂੰ ਜਨਮ ਦੇ ਦਿੱਤਾ, ਮਨੁੱਖਾ ਜਨਮ ਦੇ ਦਿੱਤਾ। ਉਹਦੇ ਭਾਣੇ ਵਿੱਚ ਹੀ ਹੋਇਆ ਨਾ ਮਨੁੱਖਾ ਜਨਮ ਪ੍ਰਾਪਤ, ਉਸੇ ਨੇ ਦਿੱਤਾ ਨਾ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ, ਉਹਦੇ ਹੁਕਮ ਵਿੱਚ ਹੀ ਕੋਈ ਉੱਤਮ ਬਣਦਾ ਹੈ, ਕੋਈ ਨੀਚ ਬਣਦਾ ਹੈ। ਹੁਕਮ ਲਿਖ ਦੁੱਖ ਸੁਖ ਪਾਈਆ ਹੈ, ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭਵਾਈਆ ਹੈ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁੱਝੈ, ਤਾਂ ਹਉਮੈ ਕਹੈ ਨਾ ਕੋਏ। ਮਹਾਰਾਜ ਕਹਿੰਦੇ ਜੇ ਕੋਈ ਹੁਕਮ ਨੂੰ ਸਮਝ ਲਵੇ, ਬੁੱਝ ਲਵੇ, ਫਿਰ ਹਉਮੈ ਦੇ ਬੋਲ ਨਹੀਂ ਉਹ ਕਹੇਗਾ, ਕਿਉਂਕਿ ਹੁਕਮ ਬੜਾ ਵੱਡਾ ਹੈ। ਹੁਕਮ ਦੇ ਵਿੱਚ ਜਨਮ ਹੈ, ਹੁਕਮ ਦੇ ਵਿੱਚ ਮਰਨ ਹੈ, ਜੀਵਨ ਵੀ ਹੈ ਹੁਕਮ ਦੇ ਵਿੱਚ ਹੀ। ਪਰ ਮਹਾਰਾਜ ਕਹਿੰਦੇ ਹੁਕਮ ਗੁਰੂ ਸਾਹਿਬ ਤੋਂ ਬੁੱਝਣਾ ਪਵੇਗਾ, ਸਮਝਣਾ ਪਵੇਗਾ। ਸਤਿਗੁਰੂ ਬੁਝਾਉਂਦੇ ਆ, ਸਤਿਗੁਰੂ ਸਮਝਾਉਂਦੇ ਆ। ਇਸ ਕਰਕੇ ਭਾਈ, ਜੋ ਤਿਸ ਭਾਵੈ ਸੋ ਥੀਆ। ਜੋ ਤਿਸ ਪਰਮੇਸ਼ਰ ਨੂੰ ਭਾਉਂਦਾ ਹੈ ਸੋ ਥੀਆ, ਉਹੀ ਕੁਝ ਹੋ ਰਿਹਾ ਹੈ। ਕਬੀਰ, ਜੋ ਮੈਂ ਚਿਤਵੋ ਨਾ ਕਰੈ, ਕਿਆ ਮੇਰੇ ਚਿਤਵੇ ਹੋਏ। ਆਪਣਾ ਚਿਤਵਿਆ ਹਰ ਕਰੈ, ਜੋ ਮੇਰੇ ਚਿੱਤ ਨਾ ਹੋਏ। ਜੋ ਮੇਰੇ ਚਿੱਤ ਖਿਆਲ 'ਚ ਵੀ ਨਹੀਂ ਹੁੰਦਾ, ਪਰਮੇਸ਼ਰ ਉਹ ਕੁਝ ਕਰ ਦਿੰਦਾ ਹੈ। ਸਦਾ ਸਦਾ ਹਰਿ ਕੀ ਸਰਣਾਈ। ਇਸ ਕਰਕੇ ਕੀ ਕਰਨਾ ਚਾਹੀਦਾ ਹੈ?
ਸਦਾ ਸਦਾ ਹਰ ਕੀ ਸਰਨਾਈ। ਮਹਾਰਾਜ ਕਹਿੰਦੇ ਸਾਨੂੰ ਸੰਸਾਰੀ ਜੀਵਾਂ ਨੂੰ ਇਹ ਕਰਨਾ ਚਾਹੀਦਾ ਵੀ ਸਦਾ ਸਦਾ ਵਾਸਤੇ ਉਸ ਹਰੀ ਦੀ ਸ਼ਰਨ ਵਿੱਚ ਪਏ ਰਹੀਏ, ਪਰਮੇਸ਼ਰ ਦੀ ਸ਼ਰਨ ਵਿੱਚ ਆਈਏ, ਜਿਸ ਦੇ ਹੁਕਮ ਦੇ ਵਿੱਚ ਸਾਰਾ ਕੁਝ ਹੁੰਦਾ ਹੈ। ਸਾਨੂੰ ਵੀ ਉਸ ਪ੍ਰਭੂ ਦੀ ਸ਼ਰਨ ਵਿੱਚ ਹੀ ਪੈਣਾ ਚਾਹੀਦਾ ਹੈ। ਪ੍ਰਭ ਬਿਨ ਨਾਹੀ ਆਨ ਪੀਆ। ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਉਸ ਪ੍ਰਭੂ ਤੋਂ ਬਿਨਾਂ, ਉਸ ਪ੍ਰਭਤਾ ਵਾਲੇ ਪ੍ਰਭੂ ਤੋਂ ਬਿਨਾਂ, ਸੋਭਾ ਵਾਲੇ ਵਾਹਿਗੁਰੂ ਜੀ ਤੋਂ ਬਿਨਾਂ ਨਾ ਹੀ ਆਨ ਬੀਆ। ਆਨ ਮੈਨੇ ਹੋਰ, ਬੀਆ ਮੈਨੇ ਦੂਜਾ। ਕੋਈ ਦੂਜਾ ਹੋਰ ਏਡਾ ਸਮਰੱਥ ਨਹੀਂ ਹੈ ਕਿ ਉਹ ਪਰਮੇਸ਼ਰ ਦੇ ਕੀਤੇ ਨੂੰ ਉਲਟਾ ਸਕੇ। ਜੋ ਪਰਮੇਸ਼ਰ ਦੇ ਬਰਾਬਰ ਹੋਵੇ ਕੋਈ ਦੂਜਾ ਨਹੀਂ ਹੈ। ਤਾਂ ਹੀ ਆਖਿਆ ਤੁਧਨੋ ਛੋਟ ਜਾਈਐ ਪ੍ਰਭ ਕੈ ਧਰ, ਆਨ ਨਾ ਬੀਆ ਤੇਰੀ ਸੰਸਰ। ਤੇਰੀ ਬਰਾਬਰਤਾ ਦਾ ਕੋਈ ਦੂਜਾ ਹੈ ਹੀ ਨਹੀਂ ਹੈ। ਨਾ ਕੋਈ ਹੈ, ਨਾ ਕੋਈ ਹੋਇਆ ਹੈ, ਨਾ ਕੋਈ ਹੋਵੇਗਾ। ਰਹਿਰਾਸ ਸਾਹਿਬ ਜੀ ਦੇ ਵਿੱਚ ਇੱਕ ਆਪਾਂ ਭਜਨ ਪੜ੍ਹਦੇ ਹਾਂ ਵੀ ਪਰਮੇਸ਼ਰ ਦੇ ਗੁਣ ਤਾਂ ਇੰਨੇ ਆ ਵੀ ਬਿਆਨ ਹੀ ਨਹੀਂ ਕੀਤੇ ਜਾ ਸਕਦੇ। ਪਰ ਇੱਕ ਸਭ ਤੋਂ ਵੱਡਾ ਗੁਣ ਆ ਵਾਹਿਗੁਰੂ ਜੀ ਦਾ, ਉਹ ਇਹ ਆ ਵੀ ਉਹਦੇ ਵਰਗਾ ਨਾ ਕੋਈ ਹੋਇਆ ਤੇ ਨਾ ਕੋਈ ਹੋਵੇਗਾ, ਨਾ ਕੋਈ ਹੈ। ਗੁਣ ਇਹੋ ਹੋਰ ਨਾ ਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਮਹਾਰਾਜ ਕਹਿੰਦੇ ਪ੍ਰਭ ਬਿਨ ਨਾ ਹੀ ਆਨ ਬੀਆ। ਉਹ ਆਪਣੇ ਵਰਗਾ ਆਪ ਹੀ ਹੈ। ਜੈਸਾ ਤੂੰ ਤੈਸਾ ਤੁਹੀਂ, ਕਿਆ ਉਪਮਾ ਦੀਜੈ। ਤੇਰਾ ਸ਼ਰੀਕ ਕੋ ਨਾਹੀ, ਜਿਸ ਨੂੰ ਲਵੈ ਲਾਏ ਸੁਨਾਇਆ। ਲਵੈ ਨਾਮ ਬਰਾਬਰ ਦਾ, ਵੀ ਜਿਸ ਨੂੰ ਬਰਾਬਰ ਠਹਿਰਾਇਆ ਜਾਵੇ, ਬਰਾਬਰ ਲਾਇਆ ਜਾਵੇ, ਵੀ ਤੇਰੀ ਬਰਾਬਰਤਾ ਦਾ ਵੀ ਕੋਈ ਹੈ। ਮਹਾਰਾਜ ਕਹਿੰਦੇ ਨਹੀਂ ਭਾਈ, ਉਹ ਵਾਹਿਗੁਰੂ ਸਭ ਤੋਂ ਵੱਡਾ ਹੈ। ਤੇ ਉਸੇ ਨੇ ਜਦੋਂ ਫਿਰ ਨਿਰਗੁਣ ਤੋਂ ਸਰਗੁਣ ਰੂਪ ਧਾਰਨ ਕੀਤਾ ਹੈ ਤੇ ਫਿਰ ਗੁਰੂ ਨਾਨਕ ਸਾਹਿਬ ਰੂਪ ਹੋਇਆ ਹੈ, ਫਿਰ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਰੂਪ ਹੋਏ ਹਨ, ਫਿਰ 10 ਪਾਤਸ਼ਾਹੀਆਂ ਰੂਪ ਹੋਏ ਹਨ, ਆਪ ਹੀ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਰੂਪ ਹੋਏ ਹਨ। ਇਸ ਕਰਕੇ ਨਿਰਗੁਣ ਆਪ, ਸਰਗੁਣ ਭਿਓ ਹੀ, ਕਲਾ ਧਾਰ ਜਿਨ ਸਗਲੀ ਮੋਹੀ। ਉਸ ਪ੍ਰਭੂ ਤੋਂ ਬਿਨਾਂ ਉਹਦੇ ਵਰਗਾ ਕੋਈ ਦੂਜਾ ਨਹੀਂ ਹੈ। ਉਸ ਪਰਮੇਸ਼ਰ ਜੀ ਦੀ ਸ਼ਰਨ ਵਿੱਚ ਸਾਨੂੰ ਸਦਾ ਵਾਸਤੇ ਪੈਣਾ ਚਾਹੀਦਾ ਹੈ। ਵਿਸਰਾਮ ਦੇ ਕੇ ਫਰਮਾਉਂਦੇ ਹਨ, ਪੁੱਤ ਕਲਤਰ ਲਖਮੀ ਦਿਸੈ। ਮਹਾਰਾਜ ਕਹਿੰਦੇ ਜੋ ਕੁਝ ਦਿਸ ਰਿਹਾ ਹੈ, ਕੀ ਕੀ ਦਿਸ ਰਿਹਾ ਹੈ? ਪੁੱਤ ਦਿਸ ਰਹੇ ਆ, ਪੁੱਤਰ, ਧੀਆਂ ਭਾਵ ਬੱਚੇ, ਪੁੱਤ ਤੋਂ ਭਾਵ ਬੱਚੇ, ਸੰਤਾਨ ਉਹ ਦਿਸ ਰਹੀ ਹੈ ਘਰ ਦੇ ਵਿੱਚ। ਕਲੱਤਰ ਨਾਮ ਹੈ ਘਰ ਵਾਲੀ ਦਾ, ਪਤਨੀ, ਉਹ ਵੀ ਦਿਸ ਰਹੀ ਹੈ। ਲਖਮੀ ਨਾਮ ਹੈ ਦੌਲਤ ਦਾ, ਮਾਇਆ, ਦੀਸਾ, ਇਹ ਦਿਸ ਰਹੀ ਹੈ ਵੀ ਇਹ ਜੋ ਕੁਝ ਸਾਨੂੰ ਦਿਸ ਰਿਹਾ ਵੀ ਇਹ ਸਾਡੀ ਇਹ ਲక్ష్ਮੀ ਹੈ, ਮਾਇਆ ਹੈ, ਦੌਲਤ ਹੈ, ਜਾਇਦਾਦ ਹੈ, ਘਰ-ਬਾਰ ਹੈ, ਜ਼ਮੀਨ ਹੈ, ਤੇ ਪੁੱਤਰ ਧੀਆਂ ਹਨ, ਘਰ ਵਾਲੀ ਹੈ, ਬਾਕੀ ਜਿੰਨਾ ਪਰਿਵਾਰ ਹੈ, ਇਹਦੇ ਤੋਂ ਭਾਵ ਇਹ ਸਾਰਾ ਪਰਿਵਾਰ। ਤੇ ਦੀਸੈ ਤੋਂ ਭਾਵ ਜੋ ਕੁਝ ਦਿਸ ਰਿਹਾ ਹੈ। ਹੁਣ ਦਿਸ ਤੇ ਸਾਰਾ ਸੰਸਾਰ ਹੀ ਰਿਹਾ ਹੈ। ਤਾਂ ਮਹਾਰਾਜ ਕਹਿੰਦੇ ਦ੍ਰਿਸ਼ਟਮਾਨ ਹੈ ਸਗਲ ਮਥੇਨਾ। ਜੋ ਕੁਝ ਅੱਖਾਂ ਨਾਲ ਦਿਸ ਰਿਹਾ ਹੈ, ਇਹ ਵੇਖਣ ਵਾਲੀਆਂ ਅੱਖਾਂ ਵੀ ਨਾਸਵਾਨ ਆ ਤੇ ਦਿਸਣ ਵਾਲਾ ਸੰਸਾਰ ਵੀ ਨਾਸਵਾਨ। ਜੋ ਕੁਝ ਦਿਸ ਰਿਹਾ ਹੈ, ਇਹ ਪੁੱਤਰ ਦਿਸ ਰਿਹਾ, ਘਰ ਵਾਲੀ ਦਿਸ ਰਹੀ, ਲక్ష్ਮੀ ਦਿਸੇ, ਮਾਇਆ ਦੌਲਤ ਦਿਸ ਰਹੀ ਹੈ। ਇਨ ਮਹਿ ਕਿਛੂ ਨਾ ਸੰਗ ਲਿਆ। ਇਹਨਾਂ ਸਾਰਿਆਂ ਦੇ ਵਿੱਚੋਂ ਜਦੋਂ ਇਹ ਜੀਵ ਲੋਕ ਨੂੰ ਛੱਡ ਕੇ ਇਹਦੀ ਜਿੰਦ ਪ੍ਰਲੋਕ ਨੂੰ ਗਈ ਨਾ, ਇਨ ਮੈਂ ਕਿਛੂ ਨਾ ਸੰਗ ਲਿਆ, ਇਹਨਾਂ ਚੋਂ ਕੁਝ ਵੀ ਨਾਲ ਨਹੀਂ ਫਿਰ ਲੈ ਕੇ ਚੱਲਿਆ। ਸਭ ਕੁਝ ਇੱਥੇ ਹੀ ਰਹਿ ਗਿਆ। ਹੋਰ ਤਾਂ ਕਿਸੇ ਨੇ ਨਾਲ ਕੀ ਜਾਣਾ। ਇਹ ਜਿਹੜਾ ਜਨਮ ਲੈ ਕੇ ਦੇਹ ਨਾਲ ਆਈ ਨਾ, ਜਦੋਂ ਜਨਮ ਹੋਇਆ ਤੇ ਦੇਹ ਮਿਲੀ, ਜਾਂਦੀ ਵਾਰ ਤੇ ਦੇਹ ਵੀ ਨਾਲ ਨਹੀਂ ਜਾਂਦੀ। ਇਸ ਦੇਹ ਨੂੰ ਛੱਡ ਕੇ ਚਲੇ ਜਾਂਦਾ ਨਾਲ। ਮਾਰੇ ਕਹਿੰਦੇ ਜੇ ਇਹਨੇ ਨਾਮ ਜਪਿਆ ਹੋਵੇਗਾ ਤੇ ਉਹ ਨਾਮ ਇਹਦੇ ਨਾਲ ਜਾਵੇਗਾ। ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨੂਹਾ ਨਾਮ ਤੇਰੇ ਸੰਗ ਸਹਾਈ। ਜਹ ਮਹਾ ਭਿਆਨ ਦੂਤ ਜਮ ਦਲੈ, ਤਹ ਕੇਵਲ ਨਾਮ ਸੰਗ ਤੇਰੇ ਚੱਲੇ। ਜਹ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ। ਅਨਕ ਪੁਨਹ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ। ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵਹੁ ਸੂਖ ਕਨੇਰੇ। ਜੇ ਜਿਉਂਦਿਆਂ
ਜ਼ਿੰਦਗੀ ਵਿੱਚ ਇਹਨੇ ਨਾਮ ਜਪਿਆ ਹੋਵੇਗਾ ਤੇ ਉਹ ਨਾਮ ਇਹਦੇ ਨਾਲ ਜਾਵੇਗਾ। ਜੇ ਨਾਮ ਇਹਨੇ ਨਹੀਂ ਜਪਿਆ ਤੇ ਫਿਰ ਇਹਦੇ ਨਾਲ ਚੰਗੇ ਮਾੜੇ ਕਰਮ ਜਾਣਗੇ। ਜਿਹੜੇ ਨੇ ਚੰਗਿਆਈਆਂ ਬੁਰਿਆਈਆਂ ਕੀਤੀਆਂ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਹੋਰ ਕੁਝ ਨਾਲ ਨਹੀਂ ਜਾਣਾ, ਦੌਲਤ ਨਾਲ ਨਹੀਂ ਜਾਣੀ, ਧੀਆਂ ਪੁੱਤਰ ਨਾਲ ਨਹੀਂ ਜਾਣੇ, ਪਤੀ ਪਤਨੀ ਨਾਲ ਨਹੀਂ ਜਾਣੀ, ਕੁਝ ਵੀ ਸੰਬੰਧੀ ਕੋਈ ਵੀ ਨਾਲ ਨਹੀਂ ਜਾਵੇਗਾ। ਮਹਾਰਾਜ ਨੇ ਆਖਿਆ ਆਸਾ ਕੀ ਵਾਰ ਵਿੱਚ, ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ। ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਪਰ ਆਪਣਾ ਮੰਦਾ ਚੰਗਾ ਉਹ ਨਾਲ ਜਾਵੇਗਾ ਜੋ ਇਹਨੇ ਕੀਤਾ। ਚਾਹੇ ਮੰਦਾ ਕੀਤਾ ਚਾਹੇ ਚੰਗਾ ਕੀਤਾ, ਉਹ ਇਹਨੂੰ ਆਪ ਨੂੰ ਪਾਉਣਾ ਪੈਣਾ। ਹੁਕਮ ਕੀਏ ਮਨ ਭਾਵਦੇ ਰਾਹੇ, ਭੀੜਾ ਅੱਗੇ ਜਾਵਣਾ। ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ, ਕਰ ਔਗਣ ਪਛੋਤਾਵਣਾ। ਇਸ ਕਰਕੇ ਮਹਾਰਾਜ ਕਹਿੰਦੇ ਬੰਦਿਆ ਔਗਣ ਨਾ ਕਰਿਆ ਕਰ, ਇਹ ਔਗਣ ਤੇਰੇ ਨਾਲ ਜਾਣਗੇ, ਤੈਨੂੰ ਪਛਤਾਉਣਾ ਪੈਣਾ ਹੀ। ਬਾਬਾ ਸੇਖਪੁਰੀ ਸਾਹਿਬ ਜੀ ਨੇ ਤੇ ਇੱਥੋਂ ਤੀ ਕਹਿ ਦਿੱਤਾ, ਕਹਿੰਦੇ ਵੀ ਔਗਣ ਕਰਨ ਲੱਗਿਆਂ ਕਪਾਹ ਵੱਲੇ ਝਾਕ ਲਿਆ ਕਰ, ਕਪਾਹ ਵੱਲੇ ਵੇਖ ਲਿਆ ਕਰ। ਵੇਖ ਲਾ ਕਿਵੇਂ ਆ ਸਿਆਲ ਦੀ ਜਦੋਂ ਰੁੱਤ ਆਉਣ ਲੱਗਦੀ ਹੈ ਨਾ, ਤੇ ਪਹਿਲਾਂ ਹੀ ਮਾਈਆਂ ਜਾ ਕਰਕੇ ਰਜਾਈਆਂ ਤਲਾਈਆਂ ਜਿਹੜੀਆਂ ਵਾ ਨਾ, ਉਹ ਰੂੰ ਪਿੰਜੇ ਥਾਰੀ ਇੱਕ ਵਾਰੀ ਪਿੰਜਾ ਕੇ ਲਿਆਉਂਦੀਆਂ। ਕਹਿੰਦੇ ਵੀ ਉਹ ਰੂੰ ਜਿਹੜਾ ਹੈ ਨਾ, ਕਪਾਹ ਵੇਖ ਕਿਵੇਂ ਪਿੰਜੀ ਜਾਂਦੀ ਹੈ, ਤੁੰਬਾ ਤੁੰਬਾ ਉਡਾ ਦਿੰਦੇ। ਕਹਿੰਦੇ ਇਸ ਤਰ੍ਹਾਂ ਉਡਾ ਦੇਣਾ ਹੀ ਫਿਰ ਤੈਨੂੰ, ਤੁੰਬੇ ਤੁੰਬੇ ਉੱਡ ਜਾਏਗਾ। ਉਗਣ ਕਰਨ ਤੋਂ ਸੰਕੋਚ ਕਰਿਆ ਕਰ, ਪਾਪ ਕਰਨ ਤੋਂ। ਬਾਬਾ ਜੀ ਦਾ ਸ਼ਲੋਕ ਹੈ ਸੇਖ ਫਰੀਦ ਸਾਹਿਬ ਜੀ ਦਾ, ਫਰੀਦਾ ਵੇਖ ਕਪਾਹ ਹੈ ਜੇ ਥੀਆ। ਕਹਿੰਦੇ ਜੋ ਕਪਾਹ ਨਾ ਹੋਇਆ ਇਸ ਤਰ੍ਹਾਂ ਹੋਊਗਾ ਹੀ। ਫਰੀਦਾ ਵੇਖ ਕਪਾਹ ਹੈ ਜੇ ਥੀਆ, ਜੇ ਸਿਰ ਥੀਆ ਤਿਲਾਹ। ਤਿਲਾਂ ਦੇ ਸਿਰ ਤੇ ਵੇਖ ਕੀ ਗੁਜਰੀ ਆ, ਕਿਵੇਂ ਕੋਲੂ ਚ ਪਾ ਕੇ ਪੀੜ ਕੇ ਤਿਲ ਕੱਢਿਆ, ਇੰਜ ਪਾਉਣ ਗਈ। ਫਰੀਦਾ ਵੇਖ ਕਪਾਹ ਹੈ ਜੇ ਥੀਆ, ਜੇ ਸਿਰ ਥੀਆ ਤਿਲਾਹ। ਕਮਾਦਾ ਅਰ ਕਾਗਦਾ, ਵੇਖ ਕਮਾਦ ਨੂੰ ਕਿਵੇਂ ਵੇਲਣੇ ਚ ਪੀੜਦੇ ਆ, ਕਿਵੇਂ ਪੀੜਿਆ ਗਿਆ ਵੇਲਣੇ ਚ ਕਮਾਦ। ਵੇਖ ਕਾਗਦ ਨੂੰ ਕਿਵੇਂ ਕੁੱਟਿਆ ਗਿਆ। ਕਮਾਦਾ ਯਾਰ ਕਾਗਦਾ ਕੁੰਨੇ, ਕੁੰਨੇ ਨਾਮ ਤੌੜੀ ਦਾ ਹੈ। ਵੇਖ ਕਿਵੇਂ ਸਾੜੀ ਗਈ ਚੁੱਲ੍ਹੇ ਦੇ ਉੱਤੇ ਤੌੜੀ। ਆ ਮਿੱਟੀ ਦੀਆਂ ਹਾਂਡੀਆਂ ਪਹਿਲਾਂ ਹੁੰਦੀਆਂ ਸੀ। ਕੁੰਨੇ ਕੋਇਲਿਆ, ਵੇਖ ਕੋਲਿਆਂ ਨੂੰ ਕਿਵੇਂ ਸਾੜਿਆ ਗਿਆ ਚੁੱਲ੍ਹੇ ਦੇ ਵਿੱਚ ਭੱਠੀ 'ਚ ਪਾ ਪਾ ਕੇ। ਅੱਗੇ ਆਖਿਆ ਮੰਦੇ ਅਮਲ ਕਰੇਂਦਿਆਂ ਇਹ ਸਜਾਏ ਤਿਨਾਂ। ਜਿਹੜੇ ਮੰਦੇ ਅਮਲ ਕਰਦੇ ਆ ਇਹ ਸਾਰੀਆਂ ਸਜ਼ਾਵਾਂ ਉਹਨਾਂ ਵਾਸਤੇ ਇਸ ਤਰ੍ਹਾਂ ਦੀਆਂ ਹਨ। ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ, ਨਾਨਕ ਜਿਉ ਮਥਨ ਮਾਧਾਣੀਆਂ ਤਿਉ ਮਥੇ ਧਰਮ ਰਾਏ। ਸਾਰੀਆਂ ਸਾਡੇ ਘਰਾਂ ਵਾਲੀਆਂ ਸਾਡੇ ਸਮਾਜ ਵਾਲੀਆਂ ਉਦਾਹਰਨਾਂ ਦਿੱਤੀਆਂ ਮਹਾਰਾਜ ਨੇ। ਮਧਾਣੀ ਰੋਜ਼ ਚੱਲਦੀ ਸਾਡੇ ਘਰਾਂ ਵਿੱਚ ਸਵੇਰੇ ਸਵੇਰੇ, ਕਿਵੇਂ ਦਹੀਂ ਨੂੰ ਰਿੜਕ ਕੇ ਮੱਖਣ ਵੱਖਰਾ ਕਰ ਦਿੰਦੀ ਹੈ, ਲੱਸੀ ਵੱਖਰੀ ਕਰ ਦਿੰਦੀ ਹੈ। ਕਹਿੰਦੇ ਇਸ ਤਰ੍ਹਾਂ ਧਰਮ ਰਾਜਾ ਨੇ ਰਿੜਕ ਦੇਣਾ ਹੀ ਮਧਾਣੀ ਦੀ ਤਰ੍ਹਾਂ। ਨਾਨਕ ਜਿਉ ਮਥਨ ਮਾਧਾਣੀਆਂ ਤਿਉ ਮਥੇ ਧਰਮ ਰਾਏ। ਤਾਂ ਸਤਿਗੁਰੂ ਕਹਿੰਦੇ ਹੋਰ ਕੁਝ ਨਾਲ ਨਹੀਂ ਜਾਵੇਗਾ। ਇਹ ਪੁੱਤ ਦਿਸ ਰਿਹਾ, ਘਰ ਵਾਲੀ ਦਿਸ ਰਹੀ, ਦੌਲਤ ਦਿਸ ਰਹੀ ਹੈ, ਇਹਨਾਂ 'ਚ ਕੁਝ ਵੀ ਨਾਲ ਨਹੀਂ ਲਿਆ। ਜਿਸ ਵੇਲੇ ਪ੍ਰਲੋਕ ਨੂੰ ਗਿਆ, ਇਹ ਵਿਸ਼ੇ ਵਿਕਾਰਾਂ ਦੀ ਠੱਗ ਬੂਟੀ ਖਾ ਕੇ ਭੁੱਲਿਆ ਹੋਇਆ ਜੀ। ਇਹਨੂੰ ਪਰਮੇਸ਼ਰ ਦਾ ਨਾਮ ਚੇਤੇ ਹੀ ਨਹੀਂ ਆਉਂਦਾ, ਇਹਨੂੰ ਵਿਕਾਰ ਹੀ ਚੇਤੇ ਹਨ। ਮਹਾਰਾਜ ਕਹਿੰਦੇ ਇਹਨੇ ਉਹ ਜਿਵੇਂ ਠੱਗ ਜਿਹੜੇ ਉਹ ਬੂਟੀ ਸੰਘਾ ਕੇ ਬੇਹੋਸ਼ ਕਰ ਦਿੰਦੇ ਨਾ, ਫਿਰ ਲੁੱਟ ਲੈਂਦੇ ਆ। ਇਸੇ ਤਰ੍ਹਾਂ ਇਹ ਵਿਸ਼ੇ ਵਿਕਾਰਾਂ ਦੀ ਠਗੌਰੀ ਇਹਨੇ ਠੱਗ ਬੂਟੀ ਖਾਧੀ ਹੋਈ ਹੈ, ਤੇ ਉਹਨੂੰ ਖਾ ਕਰਕੇ ਇਹ ਭੁੱਲਿਆ ਹੋਇਆ ਹੈ ਵੀ ਜਿਨ੍ਹਾਂ ਵਸਤੂਆਂ ਦੇ ਮਗਰ ਮੈਂ ਪਿਆ ਹੋਇਆ ਇਹਨਾਂ ਮੇਰੇ ਨਾਲ ਨਹੀਂ ਜਾਣਾ। ਜਿਹਨੇ ਨਾਲ ਜਾਣਾ ਉਹ ਧਨ ਮੈਂ ਇਕੱਠਾ ਨਹੀਂ ਕਰ ਰਿਹਾ, ਪਰਮੇਸ਼ਰ ਵੱਲੋਂ ਭੁੱਲਿਆ ਹੋਇਆ ਹੈ। ਮਾਇਆ ਮੰਦਰ ਤਿਆਗ ਲਿਆ। ਜਦੋਂ ਗਿਆ ਤੇ ਮਾਇਆ ਨੂੰ ਵੀ ਇੱਥੇ ਹੀ ਛੱਡ ਗਿਆ। ਕੌਡੀ ਕੌਡੀ ਕਰਕੇ ਜੋੜੇ ਸੀ ਤੇ ਸਭ ਕੁਝ ਇੱਥੇ ਹੀ ਰਹਿ ਗਿਆ। ਕਬੀਰ ਕੌਡੀ ਕੌਡੀ ਜੋਰ ਤੇ ਜੋਰੇ ਲੱਖ ਕਰੋੜ, ਚਲਤੀ ਬਾਰ ਨਾ ਕਛ ਮਿਲਿਓ ਲਈ ਲੰਗੋਟੀ ਤੋਰ। ਉਧਰੋਂ ਲੰਗੋਟੀ ਨਾਲ ਬੰਨ੍ਹ ਕੇ ਰੱਖਦੇ ਨਾ ਮਾਇਆ, ਜਾਣ ਲੱਗੇ ਕਹਿੰਦੇ ਉਹ ਲੰਗੋਟੀ ਨਾਲੋਂ ਵੀ ਤੋੜ ਕੇ ਲਾਹ ਲੈਂਦੇ। ਉਂਝ ਅਸਚਰਜੀ ਖੇਡ ਆ ਸੰਸਾਰ ਦੀ। ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਵੇ ਨਾ, ਕਹਿਣਗੇ ਵੀ ਇਹ ਜਿਸ ਮੰਜੇ ਦੇ ਉੱਤੇ ਚੜ੍ਹਾਈ ਕੀਤਾ ਉਹ ਮੰਜਾ ਵੀ ਅਪਵਿੱਤਰ ਹੋ ਗਿਆ।
ਉਹ ਬਿਸਤਰਾ ਵੀ ਅਪਵਿੱਤਰ ਹੋ ਗਿਆ, ਘਰੇ ਨਹੀਂ ਰੱਖਦੇ ਉਹਨੂੰ, ਹੋਰ ਕਿਸੇ ਨੂੰ ਦੇ ਦਿੰਦੇ ਵੀ ਜਿਹਨੂੰ ਦੇਣਾ ਤੇ ਉਹਨੇ ਵੀ ਤੇ ਉੱਤੇ ਇਹਦੇ ਪੈਣਾ ਹੀ ਆ ਨਾ। ਦੱਸੋ ਉਹ ਇਨਸਾਨ ਨਹੀਂ? ਕਹਿੰਦੇ ਵੀ ਇਹ ਕਿਸੇ ਗਰੀਬ ਗੁਰਬੇ ਨੂੰ ਦੇ ਦਿਓ ਜੀ, ਆ ਮੰਜਾ, ਇਹ ਕੱਪੜੇ ਵੀ ਉਹਦੇ ਦੇ ਦਿਓ ਜੀ, ਹੁਣ ਪਾਉਣ ਜੋਗੇ ਨਹੀਂ ਰਹੇ। ਵੀ ਆਪਣੇ ਪਾਉਣ ਜੋਗੇ ਨਹੀਂ ਰਹੇ ਤੇ ਉਹ ਨਹੀਂ ਪਾਏਗਾ। ਇਸ ਤਰ੍ਹਾਂ ਦਾ ਇੱਕ ਬਣਿਆ ਹੋਇਆ ਸੰਸਾਰ ਦੇ ਵਿੱਚ। ਬਾਕੀ ਉਹਦੇ ਜਿਹੜੇ ਕੱਪੜੇ ਉਹ ਵੀ ਜਾਂ ਤੇ ਉਹ ਨਾਲ ਹੀ, ਜਿਸ ਵੇਲੇ ਅੰਤਮ ਕਿਰਿਆ ਕਰਮ ਹੁੰਦਾ ਉਦੋਂ ਨਾਲ ਹੀ ਸੰਸਕਾਰ ਉਹਨਾਂ ਦਾ ਵੀ ਕਰ ਦਿੰਦੇ। ਪਰ ਜੇ ਉਹਦੀ ਜੇਬ 'ਚ ਰੁਪਈਆ ਹੋਵੇ ਨਾ, ਲੱਖ ਰੁਪਈਆ ਜਦੋਂ ਚੜ੍ਹਾਈ ਕੀਤਾ, ਤੇ ਜਾਂ ਹੱਥਾਂ ਤੇ ਸੋਨੇ ਦੀਆਂ ਮੁੰਦਰੀਆਂ ਤੇ ਸੋਨੇ ਦਾ ਕੜਾ ਹੋਵੇ, ਜਾਂ ਕੰਨਾਂ 'ਚ ਗੁਰਮਤਿ ਅਨੁਸਾਰ ਤਾਂ ਨਹੀਂ ਨੱਕ ਕੰਨ ਛੇਦਣ ਦੀ ਆਗਿਆ, ਪਰ ਸੰਸਾਰ 'ਚ ਹੈ ਜੇ ਕੰਨਾਂ 'ਚ ਵਾਲੀਆਂ ਵੁਲੀਆਂ ਹੋਣ ਤੇ ਕਹਿੰਦੇ ਵੀ ਇਹ ਪਹਿਲੋਂ ਲਾ ਲਓ। ਪਹਿਲੀ ਗੱਲ ਤੇ ਰਿਸ਼ਤੇਦਾਰ ਇਕੱਠੇ ਹੋਣੇ, ਉਹਨਾਂ ਤੋਂ ਆਉਣ ਤੋਂ ਪਹਿਲਾਂ ਹੀ ਲਾ ਲਓ। ਜੇਬ ਵਿੱਚੋਂ ਰੁਪਈਏ ਵੀ ਕੱਢ ਲਓ। ਉਹ ਸਾਰਾ ਕੁਝ ਕੱਢ ਲਿਆ ਜਾਂਦਾ। ਕੱਪੜੇ ਜਿਹੜੇ ਕਹਿੰਦੇ ਵੀ ਇਹ ਮੈਲੇ ਹੋ ਗਏ, ਮੰਜਾ ਮੈਲਾ ਹੋ ਗਿਆ, ਵੀ ਉਹ ਸੋਨਾ ਤੇ ਰੁਪਈਏ ਨਹੀਂ ਮੈਲੇ ਹੋਏ, ਉਹ ਨਹੀਂ ਪਵਿੱਤਰ ਹੋਇਆ। ਪਰ ਦੌਲਤ ਨਹੀਂ ਛੱਡਦਾ ਕੋਈ ਵੀ, ਰੁਪਈਏ ਨਹੀਂ ਛੱਡਦਾ ਕੋਈ ਵੀ। ਉਹ ਤਾਂ ਮੁਰਦੇ ਨੂੰ ਇੱਕ ਰਿਵਾਜ ਚੱਲ ਗਿਆ, ਹੈ ਤਾਂ ਮਨਮਤ ਹੀ ਆ। ਜਦੋਂ ਕੋਈ ਪੁਰਾਣੀ ਚੜ੍ਹਾਈ ਕਰ ਜਾਂਦਾ ਤੇ ਉਹਨੂੰ ਫਿਰ ਮੱਥਾ ਟੇਕਿਆ ਜਾਂਦਾ ਰੁਪਈਆਂ ਦਾ। ਦੱਸੋ ਵੀ ਉਹ ਮਰਨ ਤੋਂ ਮਗਰੋਂ ਜ਼ਿਆਦਾ ਪੂਜਨੀਕ ਹੋ ਗਿਆ ਵੀ ਹੁਣ ਰੁਪਈਏ ਰੱਖ ਕੇ ਉਹਨੂੰ ਮੱਥਾ ਟੇਕਣਾ। ਅਸਲ ਦੇ ਵਿੱਚ ਇਹ ਪਖੰਡ ਸੀ ਤੇ ਉਹ ਚੱਲੀ ਜਾਂਦਾ ਹੈ। ਉਸ ਤਰ੍ਹਾਂ ਠੀਕ ਹੈ ਵੀ ਜੇ ਕਿਸੇ ਨੂੰ ਦੇਣੇ ਆ ਤੇ ਉਂਝ ਦੇ ਦੇਣੇ ਚਾਹੀਦੇ ਆ। ਹਾਂ, ਸਤਿਕਾਰ ਕਰਨਾ ਚਾਹੀਦਾ ਬਜ਼ੁਰਗਾਂ ਦਾ, ਪਰ ਜਿਉਂਦਿਆਂ ਕਰਨਾ ਚਾਹੀਦਾ ਹੈ, ਜਿਉਂਦਿਆਂ ਚਰਨਾ ਚਾਹੀਦਾ। ਜੇ ਘਰ ਦੇ ਵਿੱਚ ਬਜ਼ੁਰਗ ਵਾ, ਮਾਤਾ ਪਿਤਾ ਵਾ, ਦਾਦਾ ਦਾਦੀ ਆ, ਉਹਨਾਂ ਦੇ ਪੈਰੀਂ ਹੱਥ ਲਾ ਦੇਣਾ ਚਾਹੀਦਾ ਰੋਜ਼। ਮਾਤਾ ਪਿਤਾ ਦੇ ਗੋਡੀਆਂ ਹੱਥ ਲਾਉਣਾ ਚਾਹੀਦਾ, ਸਤਿਕਾਰ ਕਰਨਾ ਚਾਹੀਦਾ। ਪਰ ਮਰਨ ਤੋਂ ਮਗਰੋਂ ਮੱਥਾ ਟੇਕਣ ਦਾ ਉਹਨਾਂ ਨੂੰ ਕੀ ਲਾਭ ਹੈ? ਤਾਂ ਸਤਿਗੁਰੂ ਸੱਚੇ ਪਾਤਸ਼ਾਹ ਇੱਥੇ ਫਰਮਾਉਂਦੇ ਹਨ ਵੀ ਇਹ ਮੰਦਰ ਵੀ ਛੱਡ ਕੇ ਚਲੇ ਗਿਆ ਤੇ ਮਾਇਆ ਵੀ ਛੱਡ ਕੇ ਚਲੇ ਗਿਆ। ਮਾਇਆ ਮੰਦਰ ਤਿਆਗ ਗਿਆ, ਨਾਲ ਨਹੀਂ ਗਏ ਇਹਦੇ ਮੰਦਰ, ਨਾਲ ਨਹੀਂ ਗਈ ਇਹਦੀ ਦੌਲਤ। ਜਿਸ ਦੌਲਤ ਵਾਸਤੇ ਨੇ ਠੱਗੀਆਂ ਵੀ ਕਈ ਮਾਰੀਆਂ ਸੀ, ਬੇਈਮਾਨੀਆਂ ਵੀ ਕਈ ਕੀਤੀਆਂ। ਭਗਤ ਕਬੀਰ ਸਾਹਿਬ ਜੀ ਦਾ ਬਚਨ ਆਉਂਦਾ ਸੋਰਠ ਦੀ ਭਗਤ ਬਾਣੀ ਦਾ, ਕਹਿੰਦੇ ਵੀ ਬੜੇ ਛਲ ਕਰਦਾ ਵੀ ਇਹ। ਇੱਕ ਪਾਸੇ ਤੇ ਇਹ ਠੱਗੀ ਮਾਰ ਕੇ ਲਿਆਉਂਦਾ ਵਾ ਰੁਪਈਏ, ਤੇ ਇੱਕ ਪਾਸੇ ਆਪਣੇ ਘਰ ਵਾਲੀ ਤੇ ਆਪਣੇ ਪੁੱਤਰਾਂ ਦੇ ਕੋਲੇ ਲਿਆ ਕੇ ਲੁਟਾ ਦਿੰਦਾ, ਉਹਨਾਂ ਨੂੰ ਦੇ ਦਿੰਦਾ। ਤੇ ਬੜਾ ਖੁਸ਼ ਹੁੰਦਾ ਵੀ ਅੱਜ ਇੰਨੀ ਠੱਗੀ ਮਾਰੀ ਤੇ ਇੰਨੇ ਰੁਪਈਏ ਬਣ ਗਏ। ਅੱਜ ਝੂਠ ਬੋਲਿਆ ਸੀ, ਆ ਠੱਗੀ ਮਾਰੀ ਸੀ, ਚੋਰੀ ਕੀਤੀ ਸੀ, ਅੱਜ ਇੰਨਾ ਕੰਮ ਬਣ ਗਿਆ। ਆਪਣੇ ਪੁੱਤਰਾਂ ਨੂੰ ਦਿੰਦਾ, ਘਰ ਵਾਲੀ ਨੂੰ ਦਿੰਦਾ। ਬਹੁ ਪਰਪੰਚ ਕਾਰ ਪਰ ਧਨ ਲਿਆਵੈ, ਸੁਤ ਦਾਰਾ ਪਹਿ ਆਨ ਲੁਟਾਵੈ। ਅੱਗੇ ਆਖਿਆ ਮਨ ਮੇਰੇ ਭੂਲੇ ਕਪਟ ਨਾ ਕੀਜੈ, ਕਪਟ ਨਾ ਕਰਿਆ ਕਰ। ਅੰਤ ਨਿਬੇਰਾ ਤੇਰੇ ਜੀ ਪਹਿ ਲੀਜੇ, ਅੰਤ ਨੂੰ ਨਿਬੇੜਾ ਤੇਰੀ ਜਿੰਦ ਤੋਂ ਲਿਆ ਜਾਣਾ, ਤੇਰੇ ਪੁੱਤਰਾਂ ਤੋਂ ਤੇ ਘਰ ਵਾਲੀ ਤੋਂ ਨਹੀਂ ਲਿਆ ਜਾਣਾ। ਉਹਨਾਂ ਕਹਿਣਾ ਵੀ ਸਾਨੂੰ ਤੇ ਇਹ ਲਿਆ ਕੇ ਦਿੰਦਾ ਸੀ, ਸਾਨੂੰ ਕੀ ਪਤਾ ਵੀ ਮਿਹਨਤ ਦੀ ਕਮਾਈ ਕਰਕੇ ਲਿਆਉਂਦਾ ਹੈ ਕਿ ਬਾਹਰੋਂ ਠੱਗੀਆਂ ਮਾਰ ਕੇ ਲਿਆਉਂਦਾ ਸੀ। ਅੰਤ ਨਿਬੇਰਾ ਤੇਰੇ ਜੀ ਪਹਿ ਲੀਜੈ, ਛਿਨ ਛਿਨ ਤਨ ਸੀਜੈ ਜਰਾ ਜਨਾਵੈ। ਛਿਨ ਛਿਨ ਕਰਕੇ ਸਰੀਰ ਕਮਜ਼ੋਰ ਹੁੰਦਾ ਜਾਂਦਾ ਤੇ ਬੁਢੇਪਾ ਆਉਂਦਾ ਜਾਂਦਾ। ਤਬ ਤੇਰੀ ਓਕ ਕੋਈ ਪਾਣੀਓ ਨਾ ਪਾਵੈ। ਜਦੋਂ ਜ਼ਿਆਦਾ ਬਜ਼ੁਰਗ ਹੋ ਗਿਆ, ਮੰਜੇ ਤੇ ਪੈ ਗਿਆ, ਹੱਥ ਕੰਮ ਨਾ ਕੀਤੇ, ਤੇ ਕਹਿੰਦੇ ਜਿਨ੍ਹਾਂ ਵਾਸਤੇ ਠੱਗੀਆਂ ਮਾਰੀਆਂ ਉਹਨਾਂ ਤੇਰੇ ਮੂੰਹ 'ਚ ਪਾਣੀ ਵੀ ਨਹੀਂ ਘੁੱਟ ਪਾਉਣਾ। ਓਕ ਕਹਿੰਦੇ ਆ ਇੱਕ ਹੱਥ ਮੂੰਹ ਨੂੰ ਲਾ ਕੇ ਜਦੋਂ ਪਾਣੀ ਪੀਏ ਇਹਨੂੰ ਓਕ ਕਹਿੰਦੇ ਆ। ਦੋਵੇਂ ਹੱਥ ਜੋੜ ਕੇ ਜਦੋਂ ਮੂੰਹ ਨੂੰ ਲਾਈਏ ਇਹਨੂੰ ਬੁੱਕ ਕਹਿ ਦਿੰਦੇ ਆ। ਤਬ ਤੇਰੀ ਓਕ ਕੋਈ ਪਾਣੀਓ ਨਾ ਪਾਵੈ, ਕਹਿਤ ਕਬੀਰ ਕੋਈ ਨਹੀਂ ਤੇਰਾ, ਹਿਰਦੈ ਰਾਮ ਕੀ ਨਾ ਜਪਹਿ ਸਵੇਰਾ। ਕਹਿੰਦੇ ਵੀ ਇਹਨਾਂ ਚੋਂ ਅਸਲ ਵਿੱਚ ਕੋਈ ਵੀ ਨਹੀਂ ਤੇਰਾ। ਇਹ ਸੁਖ ਮੈਂ ਆਣ ਬਹੁਤ ਮਿਲ ਬੈਠਤ, ਰਹਿਤ ਚਹੂ ਦਿਸ ਘੇਰੈ। ਸੁਖ ਹੀ ਆ, ਦੌਲਤ ਵੰਡਾਉਣ ਵਾਸਤੇ ਸਾਰੇ ਤੇਰੇ ਆ, ਪਰ ਅੰਤ ਨੂੰ ਦੁੱਖ ਨਹੀਂ ਕਿਸੇ ਨੇ ਵੰਡਾਉਣਾ। ਕਹਿਤ ਕਬੀਰ ਕੋਈ ਨਹੀਂ ਤੇਰਾ, ਹਿਰਦੈ ਰਾਮ ਕੀ ਨਾ ਜਪਹਿ ਸਵੇਰਾ। ਇਹਨਾਂ ਨੂੰ ਛੱਡ ਕੇ ਜਾਵੇਂਗਾ। ਸ੍ਰੀ ਮਾਨ ਸੰਤ ਨਿਹਾਲ ਸਿੰਘ ਜੀ ਹੋਏ ਸਾਧ ਸੰਗਤ ਜੀ, ਲਾਹੌਰ ਵਿੱਚ ਰਹਿੰਦੇ ਸਨ। ਜੋ ਸ੍ਰੀ ਮਾਨ ਸੰਤ ਬਾਬਾ ਵੀਰ ਸਿੰਘ ਸਾਹਿਬ ਜੀ ਨਰੰਗਾਵਾਦ ਵਾਲੇ ਮਹਾਂਪੁਰਖ ਹੋਏ ਨਾ, ਜਿਨ੍ਹਾਂ ਨੇ ਆਪਣੇ ਸਮੇਂ 'ਚ ਬਹੁਤ ਸਿੱਖੀ ਦਾ ਪ੍ਰਚਾਰ ਪ੍ਰਸਾਰ ਕੀਤਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ। ਤੇ ਬਾਬਾ ਵੀਰ ਸਿੰਘ ਸਾਹਿਬ ਜੀ ਦੇ ਸੇਵਕ ਸਨ ਬਾਬਾ ਜਸਵੰਤ ਸਿੰਘ ਜੀ। ਉਹਨਾਂ ਨੇ ਮੁਸਲਮਾਨੀ ਇਲਾਕੇ ਵਿੱਚ ਸਿੱਖੀ ਦਾ ਬੜਾ ਪ੍ਰਚਾਰ ਕੀਤਾ ਤੇ ਮੁਸਲਮਾਨਾਂ ਨੇ, ਉਹਨਾਂ ਵੀਰਾਂ ਨੇ ਬਾਬਾ ਜਸਵੰਤ ਸਿੰਘ ਜੀ ਦੀ ਕਰਨੀ ਵੇਖ ਕੇ ਉਹਨਾਂ ਦਾ ਨਾਮ ਖੁਦਾ ਸਿੰਘ ਰੱਖ ਦਿੱਤਾ ਸੀ।
खुदा ही आ भी ये बाबा खुदा ही आ, मेरा खुदा का रूप ही आ। बाबा खुदा सिंह जी, बाबा खुदा सिंह जी का स्थान लाहौर दे विच, उस स्थान के उत्ते रहिंदे सन संत निहाल सिंह जी, ते बड़े चंगे कवि होए। उन्होंने बचन लिखिया एक चलाने का, वो कहिंदे बंदिया तू अमृत वेले उठ के नाम क्यों नहीं जपदा। वड्डे वेले, अमृत नूं वड्डा वेला भी कहा जाता है। वड्डे वेले उठ तू जपंदा नहीं रब नाम, वेला छल जासी अंतकाल पछतीसै तू। कहंदे वेले ने लंघ जाना ते अंत नूं तू पछताउणा ही, फिर भी नाम जप ही लैंदे। वड्डे वेले उठ तू जपंदा नहीं रब नाम, वेला छल जासी अंतकाल पछतीसै तू। थीसी विरलाप तैंडे सत्थर दे आस पास, जमुआ फड़े सी प्रेत करके छड़ीसै तू। ਕਹਿੰਦੇ ਅੰਤ ਵੇਲੇ ਜਦੋਂ ਸਵਾਸ ਪੂਰੇ ਹੋ ਗਏ ਤੇ ਤੂੰ ਜ਼ਮੀਨ ਤੇ ਪੁੰਜੇ ਪਿਆ ਹੋਣਾ, ਤੇ ਤੇਰੇ ਲਾਗੇ ਆਲੇ ਦੁਆਲੇ ਵਿਰਲਾਪ ਹੋਣਾ ਫਿਰ ਸਾਰੇ ਟੱਬਰ ਦਾ, ਸਾਰੇ ਪਰਿਵਾਰ ਦਾ। ਥੀਸੀ ਵਿਰਲਾਪ ਤੈਂਡੇ ਸੱਥਰ ਦੇ ਆਸ ਪਾਸ, ਇਹ ਉਹਨਾਂ ਮੁਲਤਾਨੀ ਬੋਲੀ ਵਰਤੀ ਆ, ਬੜੀ ਪਿਆਰੀ ਬੋਲੀ। ਜਿਵੇਂ ਬਾਬਾ ਫਰੀਦ ਸਾਹਿਬ ਜੀ ਦੇ ਬਚਨਾਂ 'ਚ ਵੀ ਐਸੇ ਬਚਨ ਆਉਂਦੇ ਆ, ਮੈਂਡਾ ਤੈਂਡਾ, ਇਹ ਲਾਹੌਰ ਦੇ ਇਲਾਕੇ ਦੀ ਬੋਲੀ, ਮੁਲਤਾਨ ਦੇ ਇਲਾਕੇ ਦੀ ਬੋਲੀ। ਕਹਿੰਦੇ ਥੀਸੀ ਵਿਰਲਾਪ ਤੈਂਡੇ ਸੱਥਰ ਦੇ ਆਸ ਪਾਸ, ਤੇਰੇ ਸੱਥਰ ਦੇ ਆਸ ਪਾਸ ਵਿਰਲਾਪ ਹੋਵੇਗਾ ਤੇ ਤੇਰੀ ਰੂਹ ਨੂੰ ਜੰਮ ਫੜ ਕੇ ਲੈ ਗਿਆ। ਜਮੂਆ ਫੜੇ ਸੀ ਅੰਤਕਾਲ ਪਛਤੀਸੈ ਤੂੰ, ਫਿਰ ਸੀ ਪਟੇਂਦੀ ਨਾਰ ਤੈਂਡੀ ਤੇ ਖੁਥੇਂਦੀ ਵਾਲ। ਕਹਿੰਦੇ ਤੇਰੇ ਘਰ ਵਾਲੇ ਉਹ ਲਾਗੇ ਰੋਂਦੀ ਹੋਈ ਆਪਣੇ ਕੇਸ ਖਿੱਚੇਗੀ। ਫਿਰ ਸੀ ਪਟੇਂਦੀ ਨਾਰ ਤੈਂਡੀ ਤੇ ਖੁਥੇਂਦੀ ਵਾਲ, ਹਾਏ ਹਾਏ ਹੋਸੀ ਭੌਂਦੂ ਕਬ ਲੱਗ ਜੀਸੈ ਤੂੰ। ਭੌਂਦੂ ਹੈ ਮੂਰਖਾ, ਆਖਰਕਾਰ ਹਾਏ ਹਾਏ ਹੋਵੇਗੀ ਕਿਦੋਂ ਕਤੀਕ ਤੂੰ ਜੀਵੇਂਗਾ। ਹਾਏ ਹਾਏ ਹੋਸੀ ਭੌਂਦੂ ਕਬ ਲੱਗ ਜੀਸੈ ਤੂੰ, ਆਖੇ ਲੱਗ ਮੈਂਡੇ ਅਤੇ ਸੰਤਾਂ ਦੀ ਸਰਨ ਵੰਝ। ਵੰਝ ਗੁਰਬਾਣੀ 'ਚ ਵੀ ਆਉਂਦਾ ਇਹ ਸ਼ਬਦ, ਵੰਝ ਕਹਿੰਦੇ ਜਾਣ ਨੂੰ। ਹੋ ਘੋਲੀ ਵੰਝਾਂ ਵਾਰੀ ਵੰਝਾਂ, ਸ਼ਬਦ ਐਸੇ ਆਉਂਦੇ ਗੁਰਬਾਣੀ ਵਿੱਚ, ਬੜੇ ਪਿਆਰੇ ਸ਼ਬਦ। ਕਹਿੰਦੇ ਆਖੇ ਲੱਗ ਮੈਂਡੇ, ਮੈਂਡਾ ਨਾਮ ਮੇਰੇ ਦਾ, ਮੇਰੇ ਆਖੇ ਲੱਗ, ਆਖੇ ਲੱਗ ਮੈਂਡੇ ਅਤੇ ਸੰਤਾਂ ਦੀ ਸਰਨ ਵੰਝ। ਓੜਕ ਦੇ ਵੇਲੇ ਸ਼ਰਮਿੰਦਾ ਨਹੀਂ ਥੀਸੈ ਤੂੰ, ਓੜਕ ਅੰਤ ਨੂੰ ਤੈਨੂੰ ਸ਼ਰਮਿੰਦਾ ਨਾ ਹੋਣਾ ਪਵੇ। ਮੇਰੇ ਆਖੇ ਲੱਗ ਤੇ ਨਾਮ ਜਪਣ ਵਾਲਿਆਂ ਦੇ ਸੰਗਤ ਵਿੱਚ ਮਿਲਿਆ ਕਰ, ਸੋਬਤ ਵਿੱਚ ਮਿਲਿਆ ਕਰ। ਤਾਂ ਮਹਾਰਾਜ ਸਾਹਿਬ ਜੀ ਕਹਿੰਦੇ ਹਨ ਇਹ ਜੋ ਕੁਝ ਵੀ ਹੈ ਨਾ ਮਾਇਆ ਮੰਦਰ, ਇਹ ਸਭ ਕੁਝ ਤਿਆਗ ਕੇ ਇੱਥੋਂ ਚਲੇ ਗਿਆ। ਆਖਰ ਨੂੰ ਨਿੰਦਾ ਕਰ ਕਰ ਬਹੁਤ ਵਿਗੂਤਾ, ਸਤਿਗੁਰੂ ਕਹਿੰਦੇ ਆਪ ਤੇ ਨਾਮ ਜਪਦਾ ਨਹੀਂ ਤੇ ਨਾਮ ਜਪਣ ਵਾਲਿਆਂ ਦੀ ਨਿੰਦਿਆ ਹੀ ਕਰੀ ਜਾਂਦਾ ਰਹਿੰਦਾ। ਨਿੰਦਾ ਕਰ ਕਰਕੇ ਬਹੁਤ ਵਿਗੂਤਾ ਨਾਮ ਖਰਾਬ ਹੋਇਆ ਏ, ਇਹਨੂੰ ਬਹੁਤ ਖਰਾਬ ਹੋਣਾ ਪਿਆ, ਖੁਆਰ ਹੋਣਾ ਪਿਆ, ਬੇਪਤ ਹੋਣਾ ਪਿਆ। ਗਰਭ ਜੋਨ ਮਹਿ ਕਿਰਤ ਪਿਆ, ਜੋ ਇਹਨੇ ਕਿਰਤ, ਜੋ ਕੰਮ ਕੀਤਾ ਨਾ ਨਿੰਦਾ ਕਰਨ ਵਾਲਾ, ਉਹਦਾ ਫਿਰ ਕਿਰਤ ਪੈ ਗਿਆ, ਇਹਦੇ ਲੇਖ ਪੈ ਗਿਆ, ਤੇ ਉਹਦੇ ਅਨੁਸਾਰ ਫਿਰ ਇਹ ਗਰਭ ਜੂਨੀ ਵਿੱਚ ਇਹਨੂੰ ਪੈਣਾ ਪਿਆ। ਇਸ ਕਰਕੇ ਮਹਾਰਾਜ ਨੇ ਆਖਿਆ ਭਾਈ ਗੁਰਮੁਖ ਦੇ, ਸਾਧੂ ਦੇ, ਭਲੇ ਪੁਰਸ਼ ਦੇ, ਸੰਤ ਦੇ, ਭਗਤ ਦੀ ਨਿੰਦਿਆ ਦਾ ਪਾਪ ਤਾਂ ਬਹੁਤ ਵੱਡਾ ਹੈ। ਆਮ ਸੁਧਾਰਨ ਵਿਅਕਤੀ ਦੀ ਨਿੰਦਿਆ ਵੀ ਨਹੀਂ ਕਰਨੀ ਚਾਹੀਦੀ। ਨਿੰਦਾ ਭਲੀ ਕਿਸੈ ਕੀ ਨਾਹੀ, ਮਨਮੁਖ ਮੁਗਧ ਕਰਨ, ਮੋਹ ਕਾਲੇ ਤਿੰਨ ਨਿੰਦਕਾਂ, ਨਰਕੇ ਘੋਰ ਪਵਨ। ਭਿਆਨਕ ਨਰਕ ਵਿੱਚ ਪੈਣਾ ਪੈਂਦਾ ਤੇ ਮੂੰਹ ਕਾਲਾ ਹੁੰਦਾ ਨਿੰਦਿਆ ਕਰਨ ਵਾਲੇ ਦਾ। ਨਿੰਦਾ ਸਾਧ ਸੰਗਤ ਜੀ ਕਿਸ ਨੂੰ ਆਖਿਆ ਹੈ? ਫੁੱਲ ਨੂੰ ਕੰਡਾ ਕਹਿ ਦੇਣਾ ਉਹਦੀ ਨਿੰਦਿਆ ਹੈ, ਗਾਂ ਨੂੰ ਭੇਡ ਕਹਿ ਦੇਣਾ ਉਹਦੀ ਨਿੰਦਿਆ ਹੈ, ਘਟਾ ਕੇ ਕਹਿਣਾ ਨਿੰਦਿਆ, ਹੋਣੇ ਕਿਸੇ ਵਿੱਚ ਗੁਣ ਤੇ ਦੱਸਣੇ ਔਗਣ, ਉਹ ਨਿੰਦਿਆ ਹੈ। ਤੇ ਉਸਤਤੀ ਕੀ ਹੈ? ਵਧਾ ਕੇ ਕਹਿਣਾ, ਉਹਨੂੰ ਉਸਤਤੀ ਕਹਿੰਦੇ ਆ। ਕੰਡੇ ਨੂੰ ਫੁੱਲ ਕਹਿ ਦੇਣਾ, ਭੇਡ ਨੂੰ ਗਾਂ ਕਹਿ ਦੇਣਾ, ਹੋਣੇ ਕਿਸੇ ਵਿੱਚ ਔਗਣ ਤੇ ਦੱਸਣੇ ਗੁਣ, ਉਹ ਉਸਤਤੀ ਹੈ। ਸਤਿਗੁਰਾਂ ਨੇ ਦੋਵਾਂ ਦਾ ਤਿਆਗ ਕਰਵਾਇਆ ਹੈ ਵੀ ਐਸੀ ਉਸਤਤੀ ਵੀ ਨਿੰਦਿਆ ਦੇ ਬਰਾਬਰ ਹੀ ਹੈ। ਉਸਤਤ ਨਿੰਦਾ ਦੋਊ ਤਿਆਗੈ, ਖੋਜੈ ਪਦ ਨਿਰਬਾਨਾ, ਜਨ ਨਾਨਕ ਇਹੋ ਖੇਲ ਕਠਨ ਹੈ, ਕਿਨਹੂ ਗੁਰਮੁਖ ਜਾਨਾ। ਪਰ ਇਹ ਔਖੀ ਘਾਟੀ ਹੈ, ਔਖਾ ਖੇਲ ਹੈ। ਜਾਂ ਸੰਸਾਰ ਕਿਸੇ ਦੀ ਫੋਕੀ ਉਸਤਤੀ ਕਰਦਾ ਹੈ ਤੇ ਜਾਂ ਫਿਰ ਨਿੰਦਿਆ ਕਰਦਾ ਹੈ। ਮਹਾਰਾਜ ਕਹਿੰਦੇ ਦੋਨਾਂ ਨੂੰ ਤਿਆਗ ਦੇ ਤੇ ਪ੍ਰਭੂ ਦਾ ਸਿਮਰਨ ਕਰਿਆ ਕਰ, ਬੰਦਗੀ ਕਰਿਆ ਕਰ। ਚੋਰ ਨੂੰ ਮਾੜਾ ਆਖਿਆ ਹੈ, ਯਾਰ ਨੂੰ ਮਾੜਾ ਆਖਿਆ ਹੈ, ਜੂਆ ਖੇਲਣ ਵਾਲੇ ਨੂੰ ਮਾੜਾ ਆਖਿਆ ਹੈ। ਇਹ ਔਗਣ ਹਨ ਸਾਰੇ।
ਪਰ ਮਹਾਰਾਜ ਕਹਿੰਦੇ ਵੀ ਨਿੰਦਿਆ ਕਰਨ ਵਾਲਾ ਇਹਨਾਂ ਤਿੰਨਾਂ ਤੋਂ ਮਾੜਾ ਹੈ। ਚੋਰ, ਜਾਰ, ਜੂਆਰ ਤੇ ਬੁਰਾ, ਅਣਹੋਂਦਾ ਭਾਰ ਨਿੰਦਕ ਸਿਰ ਧਰਾ। ਅਣਹੋਇਆ ਭਾਰ ਨਿੰਦਕ ਨੇ ਆਪਣੇ ਸਿਰ ਤੇ ਰੱਖ ਲਿਆ। ਭਗਤ ਰਵਿਦਾਸ ਸਾਹਿਬ ਜੀ ਨੇ ਆਖਿਆ ਵੀ ਨਿੰਦਿਆ ਕਰਨ ਵਾਲਾ ਭਾਵੇਂ 68 ਤੀਰਥਾਂ ਤੇ ਇਸ਼ਨਾਨ ਕਰ ਲਵੇ। ਵੇਖੋ ਕਿੱਡਾ ਵੱਡਾ ਪਾਪ ਹੈ ਨਿੰਦਿਆ ਦਾ। ਕਹਿੰਦੇ ਭਾਵੇਂ 68 ਤੀਰਥਾਂ ਦਾ ਇਸ਼ਨਾਨ ਕਰ ਲਵੇ, ਭਾਵੇਂ ਚੁਰਾਏ ਦੇ ਵਿੱਚ ਜਿੱਥੇ 4 ਰਸਤੇ ਨਿਕਲਦੇ ਹੋਣ ਚੁਰਸਤੇ ਦੇ ਵਿੱਚ ਖੂਹ ਲਵਾ ਦੇਵੇ। ਪਿਛਲੇ ਸਮੇਂ 'ਚ ਲੋਕ ਖੂਹ ਲਵਾਉਂਦੇ ਸੀ ਵੀ ਆਉਂਦੇ ਜਾਂਦੇ ਰਾਹੀ ਪਾਂਦੀ ਜਲ ਛਕ ਕੇ ਲੰਘ ਜਾਣ। ਭਾਵੇਂ ਚੁਰਸਤੇ 'ਚ ਖੂਹ ਲਵਾ ਦੇਵੇ ਤੇ ਭਾਵੇਂ ਉਹ ਕਿੰਨੀ ਵੀ ਪੂਜਾ ਪ੍ਰਤਿਸ਼ਠਾ ਕਰ ਲਵੇ, ਜੇ ਉਹ 68 ਤੀਰਥ ਨਹਾਵੇ, ਜੇ ਉਹ ਦੁਆਦਸ ਸਿਲਾ ਪੁਜਾਵੇ, ਜੇ ਉਹ ਕੂਪ ਤਟਾ ਦੇਵਾਵੇ, ਕਰੈ ਨਿੰਦ ਸਭ ਬਿਰਥਾ ਜਾਵੇ। ਨਿੰਦਿਆ ਕਰਨ ਵਾਲੇ ਦੇ ਸਾਰੇ ਪੁੰਨ ਵਿਅਰਥ ਚਲੇ ਗਏ। ਫਿਰ ਅੱਗੇ ਆਖਿਆ ਇਹ ਤਾਂ ਸਧਾਰਨ ਵਿਅਕਤੀ ਨਹੀਂ, ਨਿੰਦਿਆ ਕਰਨ ਵਾਲੇ ਨੂੰ ਇੰਨਾ ਪਾਪ ਲੱਗਦਾ, ਤੇ ਜੇ ਕੋਈ ਮਹਾਂਪੁਰਖ ਦੀ ਨਿੰਦਿਆ ਕਰੇ, ਜੇ ਕੋਈ ਸਾਧੂ ਦੀ ਨਿੰਦਿਆ ਕਰੇ, ਸਾਧਕਾ ਨਿੰਦਕ ਕੈਸੇ ਤਰੈ, ਸਰਪਰ ਜਾਨੋ ਨਰਕ ਹੀ ਪਰੈ। ਸਰਪਰ ਦਾ ਅਰਥ ਇਹਦੇ 'ਚ ਕੋਈ ਗੁੰਜਾਇਸ਼ ਨਹੀਂ, ਜ਼ਰੂਰ ਜਾਣੋ ਨਰਕਾਂ ਤੋਂ ਬਿਨਾਂ ਉਹਨੂੰ ਕੋਈ ਥਾਂ ਨਹੀਂ ਝੱਲਣੀ, ਕੋਈ ਥਾਂ ਨਹੀਂ ਹੋਰ ਜਾਵੇਗਾ, ਉਹ ਸਿੱਧਾ ਨਰਕਾਂ 'ਚ ਜਾਵੇਗਾ ਜਿਹੜਾ ਸਾਧ ਦੀ ਨਿੰਦਾ ਕਰਦਾ ਹੈ। ਸਾਧਕਾ ਨਿੰਦਕ ਕੈਸੇ ਤਰੈ, ਸਰਪਰ ਜਾਨੋ ਨਰਕ ਹੀ ਪਰੈ। ਇਸ ਕਰਕੇ ਮਹਾਰਾਜ ਕਹਿੰਦੇ ਨਿੰਦਿਆ ਕਰ ਕਰਕੇ ਬਹੁਤ ਖਰਾਬ ਹੋਇਆ, ਤੇ ਜਿਹੜਾ ਕਿਰਤ ਪਾਇਆ ਸੀ ਉਹਦੇ ਅਨੁਸਾਰ ਫਿਰ ਗਰਭ ਜੂਨੀਆਂ ਵਿੱਚ ਚਲੇ ਗਿਆ। ਪੁਰਬ ਕਮਾਣੇ ਛੋਟੇ ਨਾਹੀ। ਜੋ ਇਹਨੇ ਪੂਰਬਲੇ ਕਰਮ ਕੀਤੇ, ਪੂਰਬਲਾ ਕਰਮ ਕੀ ਹੁੰਦਾ ਸਾਧ ਸੰਗਤ ਜੀ? ਜਿਹੜਾ ਹੁਣ ਕਰਮ ਅਸੀਂ ਕਰ ਰਹੇ ਹਾਂ ਨਾ, ਇੱਕ ਘੜੀ ਬਾਅਦ ਉਹ ਪੂਰਬਲਾ ਬਣ ਗਿਆ। ਥੋੜੇ ਚਿਰ ਬਾਅਦ ਵੀ ਜਿਹੜਾ ਪਹਿਲੇ ਕਰਮ ਕੀਤੇ, ਅੱਜ ਤੋਂ ਜਿਹੜੇ ਪਹਿਲੇ ਕੀਤੇ, ਜਿਹੜੇ ਕੱਲ ਕੀਤੇ ਸੀ, ਪਰਸੋਂ ਕੀਤੇ ਸੀ, ਜਵਾਨੀ 'ਚ ਕੀਤੇ ਸੀ, ਬਚਪਨ 'ਚ ਕੀਤੇ ਸੀ, ਜਾਂ ਪਿਛਲੇ ਜਨਮ 'ਚ ਕੀਤੇ ਸੀ, ਪੁਰਬ ਕਮਾਣੇ ਛੋਡੇ ਨਾ ਹੀ। ਉਹ ਪੂਰਬਲੇ ਕਰਮ ਜਿਹੜੇ ਕਮਾਏ ਹੋਏ ਆ ਉਹ ਇਸ ਨੂੰ ਛੱਡਦੇ ਨਹੀਂ ਹਨ। ਜਮਦੂਤ ਗਰਾਸਿਓ ਮਹਾ ਭਇਆ। ਜਿਹੜੇ ਮਹਾ ਭਇਆ ਤੋਂ ਭਾਵ ਬੜੇ ਭਿਆਨਕ ਵਾ। ਮਹਾ ਭਿਆਨ ਦੂਤ ਜਮ ਦਲੈ, ਬੜੇ ਭਿਆਨਕ ਜਿਹੜੇ ਜਮਦੂਤ, ਉਹਨਾਂ ਨੇ ਗਰਾਸਿਓ, ਇਹਨੂੰ ਗਰਸ ਲਿਆ, ਇਹਨੂੰ ਫੜ ਲਿਆ ਤੇ ਫੜ ਕੇ ਅੱਗੇ ਤੋਰ ਲਿਆ। ਸੰਗਲ ਪਾਲੇ ਗਲ ਸੰਗਲ ਸਿਰ ਮਾਰੇ ਉਭੋ। ਗਲ 'ਚ ਸੰਗਲ ਪਾ ਕੇ ਨਾ ਤੋੜ ਕੇ ਤੇ ਹੱਥ 'ਚ ਮੋਟਾ ਸੋਟਾ ਉਹਨਾਂ ਦੇ, ਤੇ ਸਿਰ 'ਚ ਡੰਡਾ ਮਾਰ ਦੇ। ਕਬੀਰ ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ। ਏਕ ਜੋ ਸਾਧੂ ਮੋਹ ਮਿਲਿਓ ਤਿਨ ਲੀਆ ਅੰਚਲ ਲਾਏ। ਭਗਤ ਜੀ ਕਹਿੰਦੇ ਮੈਨੂੰ ਤੇ ਸਾਧੂ ਮਿਲ ਗਿਆ ਤੇ ਆਪਣੇ ਪੱਲੇ ਲਾ ਲਿਆ ਤੇ ਜਮਦੂਤ ਦੇ ਡੰਡੇ ਤੋਂ ਬਚਾ ਲਿਆ। ਪਰ ਸੰਸਾਰ ਦੇ ਲੋਗੋ ਜਮ ਦਾ ਡੰਡਾ ਬੁਰਾ ਜੇ, ਸਹਾਰਿਆ ਨਹੀਂ ਜੇ ਜਾਂਦਾ, ਮਾਰਦੇ ਵੀ ਸਿਰ 'ਚ ਹੀ ਆ, ਪੀੜ ਬੜੀ ਜ਼ਿਆਦੀ ਉਹਦੀ। ਤੋ ਇਸ ਕਰਕੇ ਉਹ ਜਮਦੂਤਾਂ ਨੇ ਫੜ ਲਿਆ ਤੇ ਅੱਗੇ ਲਾ ਕੇ ਤੋਰ ਲਿਆ। ਬੋਲੇ ਝੂਠ ਕਮਾਵੇ ਅਵਰਾ। ਮਾਰੇ ਕਹਿੰਦੇ ਝੂਠ ਬੋਲਦਾ ਤੇ ਕਮਾਉਂਦਾ ਅਵਰਾ ਨਾਮ ਹੈ, ਹੋਰ ਦਾ ਹੋਰ ਕਮਾਉਂਦਾ ਹੈ। ਭਾਵ ਬੋਲਦਾ ਹੋਰ ਕੁਝ ਹੈ ਤੇ ਅੰਦਰ ਹੋਰ ਕੁਝ ਹੈ, ਕਰਦਾ ਕੁਝ ਹੋਰ ਕੁਝ ਹੀ ਹੈ। ਅਵਰਾ ਹੋਰ ਮਾਇਆ ਦੇ ਵਾਸਤੇ ਝੂਠ ਬੋਲਦਾ ਰਹਿੰਦਾ ਹੈ। ਤ੍ਰਿਸ਼ਨਾ ਨਾ ਬੁਝੈ ਬਹੁਤ ਹਯਾ। ਤ੍ਰਿਸ਼ਨਾ ਬੁਝਦੀ ਨਹੀਂ ਹੈ, ਬਹੁਤ ਹਾਇਆ ਕਰਦਾ ਰਹਿੰਦਾ ਹੈ। ਮਾਇਆ ਇਕੱਠੀ ਕਰਦਿਆਂ ਹੋਏ ਆ, ਭਾਵੇਂ ਪਦਾਰਥ ਬਹੁਤੇ ਆ, ਬਹੁਤ ਪਦਾਰਥ ਇਹਦੇ ਕੋਲੇ, ਪਰ ਤ੍ਰਿਸ਼ਨਾ ਹੀ ਨਹੀਂ ਬੁਝਦੀ। ਜਦੋਂ ਕੋਈ ਪੁੱਛੇ ਭਾਈ ਸਾਹਿਬ ਕੀ ਹਾਲ ਚਾਲ, ਕਹਿੰਦਾ ਬੜੇ ਤੰਗ ਵਾਂ, ਕੁਝ ਨਹੀਂ ਪੱਲੇ, ਮਾਇਆ ਹੀ ਨਹੀਂ ਹੈ, ਜਿੰਨੀ ਚਾਹੀਦੀ ਓਨੀ ਨਹੀਂ ਹੈ। ਹੈ ਬਹੁਤ ਕੁਝ ਪਰ ਸੰਤੋਖ ਨਹੀਂ ਹੈ, ਸਬਰ ਨਹੀਂ ਹੈ, ਹਾਇਆ ਹੀ ਕਰਦਾ ਰਹਿੰਦਾ ਹੈ। ਇਸ ਕਰਕੇ ਕਹਿੰਦੇ ਤ੍ਰਿਸ਼ਨਾ ਨਾ ਬੁਝੈ ਬਹੁਤ ਹਾਇਆ, ਬਹੁਤ ਹਾਇਆ ਹੀ ਕਰਦਾ, ਤ੍ਰਿਸ਼ਨਾ ਨਹੀਂ ਬੁਝਦੀ ਤੇ ਬਾਅਦ ਵਿੱਚ ਵੀ ਇਹਨੂੰ ਹਾਇਆ ਹੀ ਕਰਨੀ ਪੈਂਦੀ ਹੈ। ਸਾਧ ਰੋਗ ਉਪਜਿਆ ਸੰਤ ਦੁਖਨ। ਸੰਤਾਂ ਦੀ ਨਿੰਦਿਆ ਕੀਤੀ, ਸੰਤਾਂ ਤੇ ਦੁਖਣ ਆਰੋਪੇ ਅਣਹੋਏ ਹੀ, ਉਹਦੇ ਕਰਕੇ ਉਹ ਰੋਗ ਪੈਦਾ ਹੋ ਗਿਆ ਜਿਹੜਾ ਸਾਧਿਆ ਨਹੀਂ ਜਾਂਦਾ, ਜਿਹਦਾ ਇਲਾਜ ਕੋਈ ਨਹੀਂ। ਐਸਾ ਰੋਗ ਲੱਗ ਗਿਆ, ਕੋੜੀ ਹੋ ਗਿਆ। ਸੰਤਾਂ ਦੀ ਨਿੰਦਿਆ ਕਰ ਕਰਕੇ, ਸੰਤਾਂ ਤੇ ਦੁਖਣ ਆਰੋਪਣ ਕਰਕੇ, ਤੇ ਉਹ ਰੋਗ ਲੱਗਾ ਜਿਸ ਰੋਗ ਦਾ ਇਲਾਜ ਹੀ ਕੋਈ ਨਹੀਂ। ਇਹ ਤਾਂ ਸੰਤਾਂ ਦੇ ਸਾਧ ਸੰਗਤ ਜੀ ਦੂਸ਼ਣ ਆਰੋਪਣ ਕਰਕੇ ਉਹ ਰੋਗ ਮਾਰੇ ਕਹਿੰਦੇ ਲੱਗ ਜਾਂਦਾ ਜਿਹੜਾ ਅਸਾਧ ਰੋਗ ਹੈ। ਅਸਾਧ ਰੋਗ ਵੈਦ ਡਾਕਟਰ ਹਕੀਮ ਉਹਨੂੰ ਕਹਿੰਦੇ ਜਿਹਦਾ ਇਲਾਜ ਕੋਈ ਨਾ ਹੋਵੇ।
ਉਹ ਰੋਗ ਲੱਗ ਗਿਆ ਜਿਹਦਾ ਇਲਾਜ ਕੋਈ ਨਹੀਂ। ਇੱਕ ਗੁਰਮੁਖ ਦੇ ਉੱਤੇ ਦੂਸ਼ਣ ਰੋਪਣ ਕਰਕੇ ਰੋਗ ਲੱਗ ਜਾਂਦਾ, ਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਦੇ ਉਹਨਾਂ ਦਾ ਕੀ ਹਾਲ ਹੋਵੇਗਾ। ਆ ਰਾਤ ਦੀ ਘਟਨਾ ਤੋਂ ਆਪਾਂ ਸਾਰੇ ਹੀ ਜਾਣੂ ਆ, ਕਿੱਡੀ ਵੱਡੀ ਦਰਦਨਾਕ ਘਟਨਾ ਵਾਪਰੀ ਸਾਧ ਸੰਗਤ ਜੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਜੰਗਲੇ ਤੋਂ ਟੱਪ ਕਰਕੇ ਉਹ ਪਾਪੀ ਨੇ, ਵੇਖੋ, ਮਹਾਰਾਜ ਸਾਹਿਬ ਜੀ ਨੂੰ ਜਾ ਕੇ ਲੱਤ ਮਾਰਨ ਲੱਗਾ ਸੀ। ਕਿਰਪਾਨ ਸ੍ਰੀ ਸਾਹਿਬ ਅੱਗੋਂ ਫੜ ਲਈ, ਰਮਾਲਿਆ ਉੱਤੇ ਪੈਰ ਰੱਖ ਦਿੱਤੇ। ਉਹ ਤਾਂ ਸਿੰਘ ਤਿਆਰ ਬਰ ਤਿਆਰ ਸੀ, ਉਸ ਵੇਲੇ ਸੇਵਾ ਦੇ ਵਿੱਚ ਹਾਜ਼ਰ ਹੈ, ਸਾਵਧਾਨ ਸੁਚੇਤ। ਕਈ ਵਾਰੀ ਉਂਝ ਵੀ ਬੰਦਾ ਚੌਂਕੜੀ ਲਾ ਕੇ ਬੈਠਾ, ਰਹਿਰਾਸ ਸਾਹਿਬ ਦਾ ਪਾਠ ਹੋ ਰਿਹਾ ਤੇ ਪਾਠ ਦੇ ਵਿੱਚ ਮਸਤ ਹੁੰਦਾ, ਲੀਨ ਹੁੰਦਾ, ਪਰ ਉਹ ਤਿਆਰ ਬਰ ਤਿਆਰ ਸੀ ਸਿੰਘ। ਉਹਨਾਂ ਨੇ ਉਸੇ ਵੇਲੇ ਫੜ ਲਿਆ ਤੇ ਜੰਗਲੇ ਤੋਂ ਭਵਾ ਕੇ ਬਾਹਰ ਸੁੱਟਿਆ। ਤੇ ਫਿਰ ਸੰਗਤ ਨੇ ਕੁੱਟਦਿਆਂ ਕੁੱਟਦਿਆਂ ਉਹਨੂੰ, ਸਾਧ ਸੰਗਤ ਜੀ, ਉਹਦੀ ਕੀਤੀ ਦਾ ਫਲ ਭੁਗਤਾ ਦਿੱਤਾ, ਪਾਪੀ ਸੋਧਿਆ ਗਿਆ। ਪਰ ਇਹ ਕਿੱਡੀ ਵੱਡੀ ਦਿਲਵਦੀ ਇਹਨਾਂ ਲੋਕਾਂ ਦੀ ਹੋ ਗਈ ਹੈ। ਜੇ ਗੁਰੂ ਗ੍ਰੰਥ ਸਾਹਿਬ ਨੇ ਕਿਸੇ ਦਾ ਕੀ ਵਿਗਾੜਿਆ ਭਲਾ? ਕਿੰਨੀਆਂ ਬੇਅਦਬੀਆਂ ਪਿਛਲੇ ਸਮੇਂ ਤੇ ਹੋਈਆਂ, ਅੱਜ ਤੀਕ ਇਨਸਾਫ ਨਹੀਂ ਮਿਲਿਆ ਕੌਮ ਨੂੰ, ਤੇ ਇਹ ਨਵੇਂ ਸਿਰੇ ਹੀ। ਪਰ ਇਹ ਬਹੁਤ ਵੱਡਾ ਸਾਧ ਸੰਗਤ ਜੀ, ਪਾਪੀ ਲੋਕਾਂ ਦੀ ਇਹ ਦਿਲਵਦੀ, ਇਦੋਂ ਵੱਡਾ ਕਲਯੁਗ ਕੀ ਆਵੇਗਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੋ ਸਾਰਿਆਂ ਦਾ ਭਲਾ ਮੰਗਦੇ, ਤੇ ਉਹ ਅਸਥਾਨ ਜਿਹਦੇ 4 ਦਰਵਾਜ਼ੇ, ਤੇ ਜਿੱਥੇ ਕੋਈ ਆਵੇ, ਹਿੰਦੂ ਆਵੇ, ਮੁਸਲਮਾਨ ਆਵੇ, ਸਿੱਖ ਆਵੇ, ਈਸਾਈ ਆਵੇ, ਖੱਤਰੀ ਬ੍ਰਾਹਮਣ ਸੂਦ ਵੈਸ, ਉਪਦੇਸ਼ ਚਹੁ ਵਰਨਾ ਕੋ ਸਾਂਝਾ, ਗੁਰਮੁਖ ਨਾਮ ਜਪੈ ਉਧਰੈ ਸੋ ਕਲ ਮਹਿ, ਘਟ ਘਟ ਨਾਨਕ ਮਾਝਾ। ਗੁਰੂ ਨਾਨਕ ਸਾਹਿਬ ਜੀ ਦਾ ਘਰ ਤੇ ਸਾਰੀ ਸ੍ਰਿਸ਼ਟੀ ਵਾਸਤੇ ਸਾਂਝਾ ਹੈ। ਪਰ ਜਿਹੜਾ ਵੀ ਕੋਈ ਇੱਥੇ ਸਾਧ ਸੰਗਤ ਜੀ ਇਸ ਤਰ੍ਹਾਂ ਦਾ ਕਰਮ ਕਰੇਗਾ, ਉਹ ਸੁਖੀ ਥੋੜਾ ਰਹੇਗਾ। ਇੱਥੇ ਮਹਾਰਾਜ ਕਹਿੰਦੇ ਆ ਵੀ ਸੰਤਾਂ ਤੇ ਦੁੱਖਣ ਰੋਪਣ ਕਰਕੇ ਉਹ ਰੋਗ ਪੈਦਾ ਹੋ ਜਾਂਦਾ ਜਿਹੜਾ ਇਲਾਜ ਕੋਈ ਨਹੀਂ। ਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰੇਗਾ, ਉਹਨਾਂ ਨੂੰ ਤੇ ਉਹਨੂੰ ਤਾਂ ਕਿਤੇ ਨਰਕਾਂ ਨੇ ਵੀ ਨਹੀਂ ਚੱਲਣਾ। ਠੀਕ ਹੈ, ਇਹਨੂੰ ਸੋਧਾ ਤੇ ਉਹਨੂੰ ਲੱਗ ਗਿਆ, ਪਰ ਉਹਨੂੰ ਇਹਦਾ ਪਾਪ ਦਾ ਫਲ ਏਡੀ ਛੇਤੀ ਥੋੜਾ ਮੁੱਕੇਗਾ ਕਿਤੇ। ਬਾਕੀ ਦੂਸਰਾ ਸਾਡਾ ਵੀ ਫਰਜ਼ ਹੈ ਵੀ ਸਾਨੂੰ ਅੱਗੇ ਨਾਲੋਂ ਵੀ ਜ਼ਿਆਦਾ ਸਾਵਧਾਨ ਹੋਣਾ ਪਵੇਗਾ। ਜੇ ਸਾਡੇ ਏਡੇ ਵੱਡੇ ਅਸਥਾਨ ਤੇ, ਜਿੱਥੇ ਲੱਖਾਂ ਦੀ ਗਿਣਤੀ ਵਿੱਚ ਸੰਗਤ ਨਮਸਕਾਰਾਂ ਕਰਦੀ, ਉੱਥੇ ਬੇਅਦਬੀ ਪਾਪੀ ਕਰਨ ਵਾਸਤੇ ਹੌਸਲਾ ਕਰ ਸਕਦੇ ਆ, ਤੇ ਇਸ ਅਸਥਾਨ ਤੇ ਅੱਜ ਪਿੰਡਾਂ 'ਚੋਂ ਵੀ ਕਿੰਨੀ ਸੰਗਤ ਰੋਜ਼ ਆਉਂਦੀ ਹੈ। ਸਾਨੂੰ ਆਪੋ ਆਪਣੇ ਪਿੰਡ ਵਿੱਚ ਵੀ ਪੂਰੀ ਨਿਗਰਾਨੀ ਰੱਖਣੀ ਚਾਹੀਦੀ ਹੈ। ਗੁਰਦੁਆਰੇ ਸਾਹਿਬ ਵਿੱਚ ਘੱਟੋ ਘੱਟ 1-2 ਸਿੰਘ ਪੱਕੇ ਹੋਣੇ ਚਾਹੀਦੇ ਹਨ ਪਿੰਡਾਂ ਦੇ ਵਿੱਚ ਵੀ, ਸੁੱਥੇ ਪਹਿਰਾ ਹੋਣਾ ਚਾਹੀਦਾ, ਦਿਨੇ ਵੀ ਰਾਤ ਵੀ। ਤੋ ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਮਿਹਰ ਕਰਨ, ਸਾਨੂੰ ਵੀ ਸਮੱਤ ਬਖਸ਼ਿਸ਼ ਕਰਨ, ਗਰੀਬ ਨਵਾਜ ਰਹਿਮਤ ਕਰਨ। ਸਤਿਗੁਰੂ ਕਹਿੰਦੇ ਸੰਤਾਂ ਦੇ ਦੂਸ਼ਣ ਕਰਕੇ ਉਹ ਰੋਗ ਪੈਦਾ ਹੋ ਗਿਆ ਜਿਸ ਰੋਗ ਦਾ ਇਲਾਜ ਹੀ ਕੋਈ ਨਹੀਂ ਹੈ। ਦੇਹ ਬਿਨਾਸੀ ਮਹਾਖਿਆ, ਤੇ ਉਸ ਵੱਡੇ ਖਈ ਰੋਗ ਕਰਕੇ ਫਿਰ ਇਸ ਜੀਵ ਦੀ ਦੇਹ ਨਾਸ ਹੋ ਗਈ। ਜਿਨ ਹੈ ਨਿਵਾਜੇ ਤਿਨ ਹੀ ਸਾਜੇ। ਇਹ ਭਾਈ ਪ੍ਰਭੂ ਦੇ ਪਿਆਰੇ ਸੰਤ ਜਨ, ਜਿਸ ਵਾਹਿਗੁਰੂ ਨੇ ਨਿਵਾਜੇ ਆ ਉਸੇ ਨੇ ਹੀ ਸਾਜਣਾ ਕੀਤੇ ਹਨ, ਜਾਂ ਜਿਨੇ ਸਾਜੇ ਆ ਉਸੇ ਨੇ ਹੀ ਉਹਨਾਂ ਨੇ ਨਿਵਾਜਿਸ਼ ਕੀਤੀ ਹੈ। ਆਪੇ ਕੀਨੇ ਸੰਤ ਜਇਆ, ਤੇ ਆਪ ਹੀ ਵਾਹਿਗੁਰੂ ਜੀ ਨੇ ਸੰਤਾਂ ਨੂੰ ਜਇਆ ਨਾਮ ਹੈ ਜੈ ਜੈਕਾਰ ਦਾ, ਉਹਨਾਂ ਨੂੰ ਜੈ ਜੈਕਾਰ ਦੇ ਮਾਲਕ ਬਣਾ ਦਿੱਤਾ। ਉਹਨਾਂ ਦੀ ਜੈ ਜੈਕਾਰ ਆਪ ਹੀ ਕਰਵਾਈ ਹੈ। ਲੋਕ ਥੋੜਾ ਚਾਹੁੰਦੇ ਸੀ ਉਹ ਜਿਹੜੇ ਈਰਖਾ ਕਰਨ ਵਾਲੇ ਵੀ ਕਬੀਰ ਸਾਹਿਬ ਦੀ ਜੈ ਜੈਕਾਰ ਹੋਵੇ, ਉਹ ਥੋੜਾ ਚਾਹੁੰਦੇ ਸੀ ਜਿਨ੍ਹਾਂ ਨੇ ਨਾਮਦੇਵ ਸਾਹਿਬ ਨੂੰ ਮੰਦਿਰ ਚੋਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਵੀ ਨਾਮਦੇਵ ਦੀ ਜੈ ਜੈਕਾਰ ਹੋਵੇ। ਉਹ ਥੋੜਾ ਚਾਹੁੰਦੇ ਸੀ ਜਿਨ੍ਹਾਂ ਨੇ ਰਵਿਦਾਸ ਸਾਹਿਬ ਜੀ ਦੇ ਨਾਲ ਈਰਖਾ ਕੀਤੀ ਵੀ ਰਵਿਦਾਸ ਸਾਹਿਬ ਦੀ ਜੈ ਜੈਕਾਰ ਹੋਏ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ 'ਚ ਆਪਣੇ ਬਰਾਬਰ ਉਹਨਾਂ ਭਗਤਾਂ ਦੀ ਬਾਣੀ ਲਿਖਾ ਕੇ ਤੇ ਉਹਨਾਂ ਦੀ ਜੈ ਜੈਕਾਰ ਕਰਵਾ ਦਿੱਤੀ। ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆੜ ਦਾਮ ਕੋ ਸ਼ੀਪਰੋ ਹੋਇਓ ਲਾਖੀਣਾ, ਬੁਣਨਾ ਤਣਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੋ ਲਾਹਰਾ ਭਇਓ ਗੁਣੀ ਗਹੀਰਾ, ਰਵਿਦਾਸ ਢੋਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ, ਸੈਣ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ, ਹਿਰਦੈ ਵਸਿਆ ਪਾਰ ਬ੍ਰਹਮ ਭਗਤਾ ਮਹਿ ਗਣਿਆ, ਇਹ ਬਿਦ ਸੁਣ ਕੇ ਜਟ ਰੋਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡ ਭਾਗਾ। ਔਰੰਗਜ਼ੇਬ ਕਿੱਥੇ ਚਾਹੁੰਦਾ ਸੀ ਗੁਰੂ ਗੋਬਿੰਦ ਸਿੰਘ ਜੀ ਦੀ ਜੈ ਜੈਕਾਰ ਹੋਵੇ? ਪਹਾੜੀ ਰਾਜੇ ਕਿੱਥੇ ਚਾਹੁੰਦੇ ਸੀ ਖਾਲਸੇ ਦੀ ਜੈ ਜੈਕਾਰ ਹੋਵੇ? ਸ਼ਹੀਦੀਆਂ ਪਾ ਕੇ ਇਸ ਪੋਹ ਦੇ ਮਹੀਨੇ ਵਿੱਚ, ਤੇ ਅੱਜ ਉਹਨਾਂ ਸਾਰਿਆਂ ਦੀ ਜੈ ਜੈਕਾਰ ਕਿੱਥੇ ਨਹੀਂ ਜੈ ਜੈਕਾਰ ਹੋ ਰਹੀ। ਜੈਕਾਰ ਕੀਓ ਧਰਮੀਆਂ ਕਾ, ਪਾਪੀ ਕੋ ਡੰਡ ਦਿਓਏ। ਪਾਪੀ ਨੂੰ ਹਮੇਸ਼ਾ ਡੰਡ ਮਿਲਦਾ ਹੈ
ਤੇ ਧਰਮੀਆਂ ਦੀ ਹਮੇਸ਼ਾ ਜੈ ਜੈਕਾਰ ਹੁੰਦੀ ਹੈ। ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ, ਸੱਚ ਰਿਹਾ ਤੇ ਸੱਚ ਨੇ ਹਮੇਸ਼ਾ ਰਹਿਣਾ। ਕੂੜ ਨਿਖੁੱਟਦਾ ਰਿਹਾ ਤੇ ਸਦਾ ਉਹਨੇ ਖਤਮ ਹੋਣਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਸੰਤਾਂ ਦੀ ਜੈ ਜੈਕਾਰ ਵਾਹਿਗੁਰੂ ਨੇ ਆਪ ਕੀਤੀ ਹੈ। ਨਾਨਕ ਦਾਸ ਕੰਠ ਲਾਏ ਰਾਖੇ। ਗਰੀਬ ਨਵਾਜ ਸਾਹਿਬ ਕਹਿੰਦੇ ਉਹ ਦਾਸ ਹਨ ਪ੍ਰਭੂ ਦੇ, ਤੇ ਆਪਣੇ ਦਾਸਾਂ ਨੂੰ ਵਾਹਿਗੁਰੂ ਜੀ ਨੇ ਆਪਣੇ ਕੰਠ ਨਾਲ, ਆਪਣੇ ਗਲੇ ਨਾਲ ਲਾ ਕੇ ਰੱਖਿਆ ਹੈ। ਕਰ ਕਿਰਪਾ ਪਾਰ ਬ੍ਰਹਮ ਮਇਆ। ਪਾਪਾਂ ਪੁੰਨਾਂ ਤੋਂ ਪਰੇ ਜੋ ਪਾਰ ਬ੍ਰਹਮ ਪਰਮੇਸ਼ਰ ਹੈ, ਉਸ ਵਾਹਿਗੁਰੂ ਨੇ ਆਪਣੀ ਮਇਆ ਕਰਕੇ, ਆਪਣੀ ਕਿਰਪਾ ਕਰਕੇ, ਆਪਣਾ ਤਰਸ ਕਰਕੇ ਆਪਣੇ ਦਾਸਾਂ ਨੂੰ ਹਰ ਵੇਲੇ ਕੰਠ ਲਾ ਕੇ ਰੱਖਿਆ। ਤੋ ਐਸਾ ਉਹ ਪਰਮੇਸ਼ਰ ਹੈ ਜਿਹੜਾ ਉਹਦਾ ਦਾਸ ਬਣ ਜਾਂਦਾ ਹੈ। ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹੋ ਬਿਰਧ ਸੁਆਮੀ ਸੰਦਾ। ਗੁਰੂ ਸਾਹਿਬ ਜੀ ਦੇ ਪਵਿੱਤਰ ਸ਼ਬਦ ਦੀ ਲੜੀਵਾਰ ਗਾਥਾ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ, ਗੁਰਸੰਗਤ ਜੀ ਖਿਮਾ ਦੇਣੀ। ਜਗਤ ਗੁਰੂ ਬਾਬਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਿਰਪਾ ਕਰਨ। ਸਾਨੂੰ ਸਾਰਿਆਂ ਨੂੰ ਸਿੱਖੀ ਦੀ ਦਾਤ, ਨਾਮ ਦੀ ਦਾਤ, ਭਰੋਸੇ ਦੀ ਦਾਤ, ਗਰੀਬ ਨਵਾਜ ਬਖਸ਼ਿਸ਼ ਕਰਨ। ਅਖੀਰਲੀਆਂ ਪੰਕਤੀਆਂ ਦਾ ਜਾਪ ਕਰੀਏ ਜੀ। ਜਿਨ ਹੈ ਨਿਵਾਜੈ ਤਿਨ ਹੀ ਸਾਜੈ, ਆਪੇ ਕੀਨੇ ਸੰਤ ਜਇਆ। ਨਾਨਕ ਦਾਸ ਕੰਠ ਲਾਏ ਰਾਖੇ, ਕਰ ਕਿਰਪਾ ਪਾਰ ਬ੍ਰਹਮ ਮਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।